दुनिया मेरे प्यारे, बाकी और झूठी दुनिया। बाकी और झूठी दुनिया मेरे प्यारे, बाकी और झूठी दुनिया। वाह 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 वाह, बाकी और झूठी दुनिया। वाह 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 वाह, बाकी और झूठी दुनिया। बाकी और झूठी दुनिया, वाह वाह वाह, बाकी और झूठी दुनिया। परम सत्कारयोग जुगो जुग अटल धन धन साहब श्री गुरु ग्रंथ साहब महाराज जी दी पावन पवित्र उच्ची सुची ते निघी गोद दा आनंद मान रही गुरु रूप गुरु सवारी सत्संग जीओ। अपने समय ते स्वासां सफलियां करन वास्ते माई और भाई सारे ही प्रेमी जन दूरों नेड़ियों आपो अपने दुनियावी धंधे धंधारां तो छुटकारा पा करके जिथे जुगो जुग अटल धन धन साहब श्री गुरु ग्रंथ साहब महाराज जी दी पावन पवित्र हजूरी विच पुज के अपनी जिंदगी दियां अपने जीवन दियां अमोलक घड़ियां साहब श्री गुरु ग्रंथ साहब महाराज जी दे पावन पवित्र चरना कमलों में लगा के सफलियां करन दी खेचला जानी कृपालता कर रहा हो। उथे धन धन महापुरुष संत बाबा बरियाम सिंह जी जो रतवाड़ा साहब करके सारी दुनिया दे विच जाने जाते हैं। उन्हां महापुरुषां दी पावन पवित्र याद मना रहे हो। गुरमुखो दुनिया जिउंदियां नूं याद करदी, कोई मोयां नूं याद नहीं करता। हजूर फरमाउंदे रहन न पावै सुर नर देवा, ऊठ सुधारे कर मुनजन सेवा। दुनिया ते बड़े बड़े ऋषि मुनि आए, देवी देवते आए चले गए, पर अगे पातशाह फरमाउंदे जीवत पेखे च नहीं हर हर ते आया। माफ करना, जिउंदियां नूं याद कीता जांदा, कोई मोयां नूं याद नहीं करता। जीवत पेखे च नहीं हर हर ते आया, साध संगत ने दर्शन पाया गुरु की संगत। नाम रहो, नाम भी तां रहेगा। पहला नाम विचकार कह लो, विचाले कह लो साधु, अगे नाम रहो साधु रहो, अगे गुर अगे गोबिंद रहो गुर गोबिंद। जे साधु रहेगा रब दा नाम तां रहूगा, जे साधु ना रहा तां नाम भी नहीं रहूगा और रब दा नाम भी नहीं कोई लऊगा। खालसा नाम रहो, नाम रहो साधु रहो। नाम बेड़ी संत मला तार देंदे ने खाम खा धक्के नाली। माफ करना,
ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ, ਰੰਗੇ ਮਹਾਂਪੁਰਸ਼ਾਂ ਦੀ ਯਾਦ ਮਨਾਰ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ। ਸਾਨੂੰ ਆਪਣੇ ਪਿਤਾ ਦੇ ਨਾਮ ਦਾ ਪਤਾ, ਪਿਓ ਦੇ ਮਾਫ ਕਰਨਾ ਦਾਦੇ ਦੇ ਨਾਮ ਦਾ ਪਤਾ, ਬਹੁਤਿਆਂ ਨੂੰ ਤਾਂ ਪਰਦਾਦੇ ਦੇ ਨਾਮ ਦਾ ਪਤਾ ਨਹੀਂ ਹੋਣਾ। ਮੁੱਕ ਦੀ ਗੱਲ ਕੀ ਜੇ ਖਿੱਚ ਧਰੂ ਕੇ ਪਰਦਾਦੇ ਦੇ ਨਾਮ ਦਾ ਪਤਾ ਹੋਵੇ ਚੌਥੀ ਪੀੜ੍ਹੀ 'ਚ ਕੌਣ ਹੋ ਗਿਆ, ਇਹ ਕਿਸੇ ਨੂੰ ਪਤਾ ਨਹੀਂ ਕਿ ਸਾਡੀ ਚੌਥੀ ਪੀੜ੍ਹੀ 'ਚ ਕੌਣ ਹੋ ਗਿਆ। ਪਹਿਲਾਂ ਇਹ ਵੇਖਣ ਵਾਸਤੇ ਗੌਰਮੈਂਟ ਦੇ ਰਜਿਸਟਰ ਦੇਖਣੇ ਪੈਣਗੇ, ਚੌਥੀ ਪੀੜ੍ਹੀ 'ਚ ਪਹਿਲਾਂ ਕੌਣ ਹੋ ਗਿਆ। ਸਾਡੇ ਤੋਂ ਬਾਅਦ ਜੋ ਚੌਥੀ ਪੀੜ੍ਹੀ 'ਚ ਆਉਣਗੇ ਉਹਨਾਂ ਨੂੰ ਇਹ ਨਹੀਂ ਪਤਾ ਹੋਣਾ ਕਿ ਸਾਡੇ ਤੋਂ ਪਹਿਲਾਂ ਚੌਥੀ ਪੀੜ੍ਹੀ 'ਚ ਕੌਣ ਹੋ ਗਿਆ। ਖਾਲਸਾ ਜੀ, ਪਰ ਸੰਤ ਬਾਬਾ ਵਰਿਆਮ ਸਿੰਘ ਰਤਵਾੜਾ ਸਾਹਿਬ ਵਾਲੇ ਅੱਜ ਕਿਉਂ ਯਾਦ ਮਨਾ ਰਹੇ ਆ, ਅੱਜ ਉਹਨਾਂ ਨੂੰ ਕਿਉਂ ਯਾਦ ਕਰਦੇ ਆ। ਉਹਨਾਂ ਨੇ ਰੱਬ ਨੂੰ ਯਾਦ ਕੀਤਾ। ਐਵੇਂ ਨਹੀਂ ਫਰੀਦ ਫਰੀਦ ਪੁਕਾਰ ਪੈ ਗਈ, ਐਵੇਂ ਨਹੀਂ ਫਰੀਦ ਫਰੀਦ ਪੁਕਾਰ ਪੈ ਗਈ। ਫਰੀਦ ਰੱਬ ਰੱਬ ਪੁਕਾਰਦਾ, ਜਿਵੇਂ ਫਰੀਦ ਨੇ ਰੱਬ ਨੂੰ ਯਾਦ ਕੀਤਾ, ਰੱਬ ਫਰੀਦ ਨੂੰ ਆਵਾਜ਼ਾਂ ਮਾਰਦਾ। ਜਿਵੇਂ ਫਰੀਦ ਨੇ ਰੱਬ ਨੂੰ ਯਾਦ ਕੀਤਾ, ਰੱਬ ਫਰੀਦ ਨੂੰ ਆਵਾਜ਼ਾਂ ਮਾਰਦਾ। ਉਹ ਜਿਹਨੂੰ ਯਾਦ ਕਰੀਏ ਉਹ ਵੀ ਯਾਦ ਕਰਦਾ ਹੈ। ਕਹਦੇ ਵਾਹਿਗੁਰੂ, ਜਿਹਨੂੰ ਯਾਦ ਕਰੀਏ ਉਹ ਵੀ ਯਾਦ ਕਰਦਾ। ਕੌਣ ਸੱਚੇ ਪਰਵਤਗਾਰ ਦਾ ਆਏ ਹੋਏ ਆ ਦੀਵਾਨੀਆਂ ਯਾਰ ਦੀ ਦੀਦ ਬਦਲੇ ਰੱਬ ਬੰਦਿਆਂ ਦਾ ਰੂਪ ਧਾਰਦਾ। ਖਾਲਸਾ ਜੀ, ਸਤਿ ਸ੍ਰੀ ਅਕਾਲ। ਮਹਾਰਾਜ ਕਹਿੰਦੇ ਸਾਧ ਰੂਪ ਆਪਣਾ ਤਨ ਧਾਰਿਆ। ਸਾਧ ਰੂਪ ਉਹ ਪੜ ਲੋ, ਸਾਧ ਰੂਪ, ਸਾਧ ਰੂਪ ਆਪਣਾ ਤਨ ਧਾਰਿਆ। ਕਹਿੰਦੇ ਨੇ ਰੱਬ ਜਦੋਂ ਵੀ ਆਇਆ ਕਿਸੇ ਸਾਧੂ ਸੰਤ ਮਹਾਤਮਾ ਦਾ ਰੂਪ ਧਾਰਨ ਕਰਕੇ ਆਇਆ। ਸਾਧ ਰੂਪ ਆਪਣਾ ਤਨ ਧਾਰਿਆ। ਜਿਵੇਂ ਲੋਹਾ ਲੋਹੇ ਤੋਂ ਬਣੀਆਂ ਚੀਜ਼ਾਂ ਵਿੱਚ ਕੋਈ ਫਰਕ ਨਹੀਂ, ਦੇਖਣ ਦਾ ਫਰਕ ਹੋਇਆ ਕਰਦਾ, ਬੰਤਰ ਦਾ ਫਰਕ ਹੁੰਦਾ। ਲੋਹਾ ਵੀ ਲੋਹਾ, ਲੋਹੇ ਤੋਂ ਬਣੀਆਂ ਚੀਜ਼ਾਂ ਵੀ ਲੋਹਾ। ਜਿਵੇਂ ਸੋਨਾ ਸੋਨੇ ਤੋਂ ਬਣੇ ਗਹਿਣਿਆਂ ਵਿੱਚ ਫਰਕ ਨਹੀਂ, ਸੋਨਾ ਵੀ ਸੋਨਾ, ਸੋਨੇ ਤੋਂ ਬਣੇ ਗਹਿਣੇ ਵੀ ਸੋਨਾ। ਬੰਤਰ ਦਾ ਫਰਕ, ਜਿਵੇਂ ਲੱਕੜੀ ਤੇ ਲੱਕੜੀ ਤੋਂ ਬਣੀਆਂ ਚੀਜ਼ਾਂ ਵਿੱਚ ਕੋਈ ਫਰਕ ਨਹੀਂ ਹੋਇਆ ਕਰਦਾ, ਬੰਤਰ ਦਾ ਫਰਕ ਹੋਇਆ ਕਰਦਾ। ਜਿਵੇਂ ਪਾਣੀ ਤੇ ਪਾਣੀ ਦੀਆਂ ਲਹਿਰਾਂ ਵਿੱਚ ਕੋਈ ਫਰਕ ਨਹੀਂ ਹੁੰਦਾ, ਮਾਫ ਕਰਨਾ ਗੁਰੂ ਕੀ ਸੰਗਤ, ਵੇਖਣ ਦਾ ਫਰਕ ਹੈ। ਜਿਵੇਂ ਸੂਰਜ ਤੇ ਸੂਰਜ ਦੀਆਂ ਕਿਰਨਾਂ ਵਿੱਚ ਕੋਈ ਫਰਕ ਨਹੀਂ ਹੁੰਦਾ, ਵੇਖਣ ਦਾ ਫਰਕ ਹੁੰਦਾ। ਇਵੇਂ ਮਹਾਪੁਰਸ਼ ਤੇ ਰੱਬ ਵਿੱਚ ਕੋਈ ਫਰਕ ਨਹੀਂ ਹੁੰਦਾ, ਵੇਖਣ ਦਾ ਹੀ ਫਰਕ ਹੋਇਆ ਕਰਦਾ। ਖਾਲਸਾ ਜੀ, ਸੰਤ ਬਾਬਾ ਵਰਿਆਮ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਸੰਗਤ ਕੀਤੀ ਉਹਨਾਂ ਮਹਾਪੁਰਖਾਂ ਦੀ। ਕਬੀਰ ਜੀ ਕਹਿੰਦੇ ਗੱਲ ਕਿਹੜੀ ਹੈ, ਕਹਿੰਦੇ ਗੰਗਾ ਸੰਗ, ਮਾਫ ਕਰਨਾ ਗੰਗਾ ਸੰਗ ਸਰਤਾ ਬਿਗੜਿਓ। ਸਰਤਾ ਕਹਿੰਦੇ ਛੋਟੇ ਛੋਟੇ ਨਾਲਿਆਂ ਨੂੰ, ਕਹਿੰਦੇ ਛੋਟੇ ਛੋਟੇ ਨਾਲਿਆਂ ਨੂੰ ਸੰਗਤ ਮਿਲ ਗਈ ਗੰਗਾ ਦੀ। ਉਹ ਛੋਟੇ ਛੋਟੇ ਨਾਲੇ ਗੰਗਾ 'ਚ ਮਿਲ ਕੇ ਗੰਗਾ ਹੀ ਬਣ ਗਏ। ਗੰਗਾ ਸੰਗ ਸਰਤਾ ਬਿਗੜਿਓ। ਕਹਿੰਦੇ ਨਵੇੜਾ ਕਿੱਥੇ ਹੋਇਆ, ਕਹਿੰਦੇ 100 ਸਰਤਾ ਗੰਗਾ ਹੋਏ ਨਿਬਰਿਓ। ਕਹਿੰਦੇ ਸੰਤਨ ਸੰਗ ਕਬੀਰਾ ਬਿਗੜਿਓ। ਕਬੀਰ ਜੀ ਕਹਿੰਦੇ ਮੈਨੂੰ ਸੰਗਤ ਮਿਲ ਗਈ ਸੰਤਾਂ ਦੀ। ਕਹਿੰਦੇ ਨਵੇੜਾ ਕਿੱਥੇ ਹੋਇਆ, ਕਹਿੰਦੇ ਸੰਤਾਂ ਦੀ ਸੰਗਤ ਨੇ ਰੱਬ ਹੀ ਬਣਾ ਦਿੱਤਾ। ਸੰਤਨ ਸੰਗ ਕਬੀਰਾ ਬਿਗੜਿਓ, ਸੋ ਕਬੀਰਾ ਰਾਮੇ ਹੋਏ ਨਿਬਰਿਓ। ਮਹਾਂਪੁਰਖ ਸੰਤ ਬਾਬਾ ਵਰਿਆਮ ਸਿੰਘ ਜੀ ਮਹਾਰਾਜ ਨੇ ਸੰਗਤ ਕੀਤੀ ਸੰਤ ਬਾਬਾ ਈਸ਼ਵਰ ਰਾੜੇ ਵਾਲੇ ਮਹਾਂਪੁਰਖਾਂ ਦੀ। ਉਹਨਾਂ ਦਾ ਰੂਪ ਬਣ ਗਿਆ। ਖਾਲਸਾ ਜੀ, ਮਾਫ ਕਰਨਾ, ਜਰਾ ਧਿਆਨ ਦੇਣਾ ਪਵੇਗਾ, ਧਿਆਨ ਦੇਣਾ ਪਵੇਗਾ। ਉਹਨਾਂ ਦਾ ਰੂਪ ਬਣ ਗਿਆ। ਇੱਕ ਦੀਵਾ ਜਗਦਾ ਦੀਵਾ ਲੱਖਾਂ ਬੁੱਝੇ ਦੀਵਿਆਂ ਨੂੰ ਜਗਾ ਸਕਦਾ ਹੈ, ਪਰ ਲੱਖਾਂ ਬੁੱਝੇ ਦੀਵੇ ਇੱਕ ਦੀਵਾ ਨਹੀਂ ਜਗਾ ਸਕਦੇ। ਮਾਫ ਕਰਨਾ, ਜਰਾ ਧਿਆਨ ਦੇਣਾ ਪਵੇਗਾ। ਕੀਰਤਨ ਤਾਂ ਅਸੀਂ ਵੀ ਕਰਦੇ ਹਾਂ। ਉਹ ਮਹਾਂਪੁਰਖ, ਰੱਬ ਵਰਗੇ ਮਹਾਂਪੁਰਖ ਸੰਤ ਬਾਬਾ ਈਸ਼ਵਰ ਰਾੜੇ ਸਾਹਿਬ ਵਾਲੇ ਮਹਾਂਪੁਰਖ, ਰੱਬ ਵਰਗੇ ਮਹਾਂਪੁਰਖ ਜਿਨ੍ਹਾਂ ਦੀ ਚਰਨ ਛੋਹ ਪ੍ਰਾਪਤ ਹੋਈ ਸੰਤ ਬਾਬਾ ਵਰਿਆਮ ਸਿੰਘ ਜੀ ਮਹਾਰਾਜ ਨੂੰ। ਖਾਲਸਾ ਜੀ, ਕੀਰਤਨ ਅਸੀਂ ਵੀ ਕਰਦੇ ਹਾਂ। ਦੁਆਪਰ ਯੁੱਗ ਦੀ ਕ੍ਰਿਸ਼ਨ ਭਗਵਾਨ ਦੀ ਬੰਸਰੀ ਤੇ ਕਲਯੁਗ ਦੀ ਭਾਈ ਮਰਦਾਨੇ ਦੀ ਰਬਾਬ ਤੇ ਤੀਜੇ ਨੰਬਰ ਤੇ ਸੱਜਣੋ, ਮਾਫ ਕਰਨਾ, ਬੰਸਰੀਆਂ ਤਾਂ ਸਾਰੇ ਵਜਾਉਂਦੇ ਨੇ, ਪਰ ਕਹਿੰਦੇ ਜਦ ਦੁਆਪਰ ਯੁੱਗ 'ਚ ਨਾ ਕ੍ਰਿਸ਼ਨ ਭਗਵਾਨ ਦੀ ਬੰਸਰੀ ਵੱਜਦੀ ਸੀ, ਗੋਕਲ ਦੀਆਂ ਗੋਪੀਆਂ ਕੰਮ ਕਰਨਾ ਬੰਦ ਭੁੱਲ ਜਾਂਦੀਆਂ, ਗਊਆਂ ਘਾਹ ਖਾਣਾ ਭੁੱਲ ਜਾਂਦੀਆਂ। ਦੁਆਪਰ ਯੁੱਗ ਦੀ ਬੰਸਰੀ, ਕਲਯੁਗ ਦੇ ਵਿੱਚ ਭਾਈ ਮਰਦਾਨੇ ਦੀ ਰਬਾਬ। ਕਹਿੰਦੇ ਨੇ ਜਦ ਮਰਦਾਨਾ ਰਬਾਬ ਵਜਾਉਂਦਾ ਸੀ ਉਹ ਸਦਾ ਖੁਸ਼ ਰਹਿੰਦਾ ਸੀ ਮਰਾਸ਼ੀ ਦੀ ਰਬਾਬ ਉੱਤੇ।
गुरु नानक पातशाह क्या करते, मर्दानिया जब तू कीर्तन करता होए साड़ियां निरंकार ना जफियां पै जांदियां ने खालसा दी। माफ करना मर्दाने दी रबाब ते तीजे नंबर ते राणा साहब वाले महापुरखां दा वाजा। बल्ले बल्ले बल्ले। पर बांसुरी दे नाल रबाब नहीं बजी, रबाब दे नाल बांसुरी नहीं बजी, पर महापुरे वाले जिन्हां वाजे दे विच रबाब बांसुरी ते वाजा तिन्ने इकट्ठे वजा के रख दिते। इहो जे महापुरख जीवत पेखे जिनी हर हर ध्याया संत बाबा वरियाम सिंह जी महाराज नूं इहो जे महापुरखां दी संगत प्राप्त होई। आड़ा इलाका माफ करना खालसा दी बणियां सड़कां ते गड्डी हर कोई चला लेंदा, बने खूह तू दा पानी हर कोई पी लेंदा। माफ करना खालसा दी आबाद जमीन नूं तां हर कोई वाह लेंदा, हर कोई वाह लेंदा, बणियां सड़कां ते गड्डी हर कोई चला लेंदा, बने खूह तू पानी हर कोई पी लेंदा। माफ करना आबाद जमीन नूं हर कोई वाह लेंदा। ओ महापुरख बाबा वरियाम सिंह मैं कहण तू खालसा दी गुरेज नहीं करूंगा। यह इलाका नशियां दा मारिया सी, पुक्कियां तंबाकूआं दा मारिया सी। वो महापुरख संत बाबा वरियाम सिंह और जिन्हां ने पिंडां दे विच जा जा के दुआन लाए, गुरु तू भुल्ले लोकां नूं गुरु नाल जोड़िया, आ बंजर जमीन नूं आबाद कीता। अज उत्थे बैठे आ, यह भी धरती वरान सी। एक धारना पढ़ लो, कलर बंजर वाली धरती सी। भाग जाके मैं कलरीए तेरे संग करके साधुआं दा, जाके मैं कलरीए संग करके साधुआं दा। भाग जाके कलरीए तेरे संग करके साधुआं दा, भाग जाके कलरीए ओ संग करके साधुआं दा। सिक्खी का प्रचार किया, एक नहीं दो नहीं हजारां भुलिया भटकिया गुरु ग्रंथ साहब के चरणों नाल जोड़िया। दुनिया जिउंदियां नूं याद करती। माफ करना कलगीधर पातशाह दे रूहानी दरबार लगे ने। समा दास ने थोड़ा लाउणा पर गल कुछ ज्यादा कहनी, क्योंकि पिछे दास तू एक चढ़ांदियां कमाई वाले महापुरुष बैठे ने, उन्हें भी समा लाउणा। कलगीधर पातशाह दे रूहानी दरबार लगे ने। माफ करना बचन बिलास हो रहे ने। कलगीधर पातशाह बचन बिलास करते करते गुरु साहब लगे कल सिखो ये दसो तुसीं भगत कबीर जी के नाम नूं जानदे हो? सिख संगतां ने बेनती की, महाराज ऐसा कौन है भला जो कबीर जी के नाम तो जानू ना होवे? गरीब नवाज असीं कबीर जी की बाणी पढ़ते हैं, कबीर जी की बाणी सुनते हैं। कबीर जी की एक धर्म सुपत्नी माई लोई सी, एक बेटा कमाला सी, एक बेटी कमाली सी। वो काशी दे वसिंदे सन।
कलगीधर पातशाह लगे कन सिखो ये दसो जिस जमाने च भगत कबीर जी होए ने उदों साडे हिंदुस्तान विच किस राजे की हुकूमत सी, केड़ा राजा राज करदा सी? एक सिख बोलिया जी उदों बाबर दा राज सी, गुरदेव कहंदे गलत। दूजा सिख बोलिया जी उदों जहांगीर दा राज सी। कोई सिख किसे राजे दा नाम लैंदा, कोई किसे दा नाम लैंदा। कलगीधर पातशाह लगे कन सिंघो एक राजा जिस दे बेअंत खजाने हुंदे ने, बेअंत राणियां महाराणियां गोलियां दासियां हुंदियां ने। एक राजा हज़ारां मरबा गज जमीन दा मालक हुंदा है जिस दे बेअंत जरनैल ते बेअंत फौजां हुंदियां ने। एक एडे वड्डे राजे दे नाम नूं तुसीं किवें भुल गए और एक जात दे जुलाहे भगत कबीर दा नाम तुहानूं किवें रह गया? एक जात दे जुलाहे भगत कबीर दा नाम तुहानूं किवें याद रह गया? सज्जणों, सिख लगे कहन गरीब नवाज कबीर जी ते वहरू की भगती करते सन, कबीर जी वहरू का नाम जपते सन। कलगीधर पातशाह लगे कन सिंघो देखो नाम की किन्नी महिमा, भगती का कितना प्रताप है। समय के बीतन नाल करोड़ों राजियां महाराजियां के नाम संसार तो ढह ढेरी हो जाएंगे, पर जुगा प्रमाण भगत कबीर जी का नाम संसार के विच सूरज की तरह चमकदा रहेगा। गल तारी तब पातशाह फरमांदा ने चूंदे ही दिसदे ने जपिया हर नाम जिन्हां ने, चूंदे ही दिसदे ने जपिया हर नाम जिन्हां ने, चूंदे ही कहते हैं एदा दुनिया ते ना नहीं रहना। सज्जणों, दुनिया ते ना कोई बच्चियां करके रहिंदा, दुनिया ते नाम कोई पुत्रा करके रहिंदा, दुनिया ते नाम कोई औलाद करके रहिंदा। नाम रख लो सज्जणों, साडियां 3 पीढ़ियां पहला कौन हो गया, उन्हां दा नाम नहीं रहा, ते साडा नाम 3 पीढ़ियां तो बाद कित्थे रहना? सज्जणों, नाम रहेगा, जेड़े नाम जपणगे उन्हां दा नाम रहेगा। आ बैठियां ने 5 महान शख्सियतां, और नाम जपण वालियां दा नाम रहेगा। नाम रिया, नाम ध्रुव दा रिया, नाम प्रहलाद दा रिया, नाम नामदेव दा रिया, नाम भगत कबीर दा रिया, नाम भगत लोचन दा जयदेव दा रिया। तदे ते दसिया ना नाम जप्यो जी ऐसे ऐसे, प्रहलाद जप्यो हर जैसे। राजे भी बड़े होए, राजियां दा नाम नहीं दिया। एक राजा ऐसा जिहदा नाम गया नहीं, कह दियो वहरू। वो एक बारी फिर कह दियो वहरू। एक पासे के पातशाह फरमाउंदा है को हर सम्मान नहीं राजा, ये भूपत सब दिवस चार को झूठे करना दवाजा। एक पासे क्या राजे झूठे ने, कूड़ राजा कूड़ प्रजा, कूड़ सब कूड़ सब। एक पासे राजे झूठे, पर एक ऐसा राजा, एक बारी कह दो वहरू, एक ऐसा राजा वो जिस राजे का नाम जुगां तक रहेगा, वो केड़ा राजा?
ਭਗਤਾਂ ਵਿੱਚ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਦੇਵ ਲੋਕ ਨੂੰ ਚੱਲਿਆ ਕਣ ਕੰਧਰਵ ਸਭਾ ਸੁਖਵਾਸੀ। ਇੱਕ ਰਾਜਾ ਜਨਕ, ਉਸ ਰਾਜੇ ਨੂੰ ਯਾਦ ਕੀਤਾ ਜਾਂਦਾ ਕਿਉਂ? ਭਗਤਾਂ ਵਿੱਚ ਵੱਡਾ ਰਾਜਾ, ਭਗਤਾਂ ਵਿੱਚ ਵੱਡਾ ਰਾਜਾ ਜਨਕ ਹੈ। ਉਹ ਵੱਡਾ ਕਿਉਂ? ਉਹਨੇ ਭਗਤੀ ਕੀਤੀ। ਜਰਾ ਧਿਆਨ ਦੇਣਾ ਪਵੇਗਾ ਖਾਲਸਾ ਜੀ, ਜਦੋਂ ਗੁਰੂ ਬਾਬੇ ਨੇ ਕੀਰਤਨ ਸ਼ੁਰੂ ਕੀਤਾ, ਪੰਥ ਦੀਆਂ ਮਹਾਨ ਸ਼ਖਸੀਅਤਾਂ ਬੈਠੀਆਂ ਨੇ। ਮੈਂ ਨਹੀਂ ਚਾਹੁੰਦਾ ਇਹਨਾਂ ਵਿੱਚ ਦੀਵਾਰ ਬਣਨਾ। ਜੋ ਕੀਰਤਨ ਸ਼ੁਰੂ ਕਰਨਾ ਸੀ, ਭਾਈ ਮਰਦਾਨੇ ਨੂੰ ਆਖਿਆ, ਮਰਦਾਨੇ ਆ ਜਾ ਝੰਡੇ ਬਾਡੀ ਪਾਸ ਜਾ ਕੇ ਰਬਾਬ ਲੈ ਕੇ ਆ। ਮਰਦਾਨਾ ਕਹਿੰਦਾ ਜੀ ਪੈਸੇ। ਆਖਿਆ ਪੈਸੇ ਬੇਬੇ ਨਾਨਕੀ ਤੂੰ ਲੈ ਲਈ। ਦਾਸ ਇਸ਼ਾਰੇ ਮਾਤਰ ਵਿਚਾਰ ਕਰ ਰਿਹਾ। ਮੁੱਕਦੀ ਗੱਲ ਕਿ ਜਦੋਂ ਭਾਈ ਮਰਦਾਨਾ ਬੇਬੇ ਨਾਨਕੀ ਜੀ ਪਾਸੋਂ ਪੈਸੇ ਲੈ ਕੇ ਤੇ ਝੰਡੇ ਪਾਸੇ ਰਬਾਬ ਲੈ ਕੇ ਆਇਆ ਨਾ, ਤੇ ਨਾਲ ਝੰਡਾ ਵੀ ਗੁਰੂ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆ ਗਿਆ। ਭਾਈ ਮਰਦਾਨਾ ਜੀ ਨੇ ਝੰਡੇ ਮਾਫ ਕਰਨਾ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਲਿਆ ਕੇ ਰਬਾਬ ਰੱਖਦੇ। ਆਖਿਆ ਬਾਦਸ਼ਾਹ ਰਬਾਬ ਮਿਲ ਗਈ ਤੇ ਆ ਝੰਡਾ ਵੀ ਨਾਲ ਹੀ ਆ ਗਿਆ। ਗੁਰਦੇਵ ਕਹਿੰਦਾ ਨਾ ਮਰਦਾਨੀਆਂ, ਕਈ ਸੱਜਣ ਕਹਿੰਦੇ ਨੇ ਨਾ ਅਨਪੜ੍ਹ ਸਾਧਾ ਨੂੰ ਕੀ ਪਤਾ। ਮੈਂ ਪੁੱਛਣਾ ਚਾਹੁੰਦਾ ਬੇਨਤੀ ਕਰਕੇ, ਉਹ ਕਬੀਰ ਕਿਹੜੀ ਯੂਨੀਵਰਸਿਟੀ 'ਚ ਪੜ੍ਹਿਆ ਸੀ ਖਾਲਸਾ ਜੀ? ਸ਼ਾਹੀ ਕੋਰੇ ਕੋਰੇ ਅਨਪੜ੍ਹ। ਕਬੀਰ ਜੀ ਨੂੰ ਕਹਿੰਦੇ ਨੇ ਜਦ ਬਾਣੀ ਉਤਰਦੀ ਸੀ ਨਾ, ਬਾਣੀ ਕਬੀਰ ਜੀ ਦੀ ਬਾਣੀ ਉਹਦਾ ਸੇਵਕ ਧਰਮਦਾਸ ਲਿਖਿਆ ਕਰਦਾ ਸੀ। ਧਰਮਦਾਸ ਵੀ ਕਹਿੰਦੇ ਆ। ਮਾਫ ਕਰਨਾ ਭਗਤ ਨਾਮਦੇਵ ਕਿਹੜੀ ਯੂਨੀਵਰਸਿਟੀ 'ਚ ਪੜ੍ਹਿਆ ਸੀ? ਮਾਫ ਕਰਨਾ ਸੈਣ ਨਾਈ ਕਿਹੜੀ ਯੂਨੀਵਰਸਿਟੀ 'ਚ ਪੜ੍ਹਿਆ ਸੀ? ਜਦੋਂ ਭਾਈ ਮਰਦਾਨਾ, ਇੱਕ ਵਾਰੀ ਕਰੋਗੇ ਕਿਰਪਾ ਕਹਿ ਦਿਓ ਵਾਹਿਗੁਰੂ। ਜਦੋਂ ਰਬਾਬ ਲਿਆਂਦੀ ਗਈ ਤੇ ਗੁਰਦੇਵ ਕਹਿੰਦੇ ਮਰਦਾਨੀਆਂ ਰਬਾਬ ਦੀ ਤਾਰ ਨੂੰ ਛੇੜ। ਮਰਦਾਨਾ ਦਾ ਬਾਬਾ ਮੈਨੂੰ ਤਾਂ ਵਜਾਉਣੀ ਨਹੀਂ ਆਉਂਦੀ। ਔਰ ਲੱਖਾਂ ਸੰਤ ਪੈਦਾ ਕਰਕੇ ਸੰਤ ਈਸ਼ਰ ਸਿੰਘ, ਅੱਗੇ ਲੱਖਾਂ ਸੰਤ ਪੈਦਾ ਕਰਕੇ ਸੰਤ ਵਰਿਆਮ ਸਿੰਘ, ਭਾਈ ਸਾਹਿਬ ਸੰਤ ਗੁਰਦੀਪ ਸਿੰਘ, ਸ਼ਾਇਦ 10 ਨਾਮ ਨਾ ਭੁੱਲਦਾ ਹੋਵੇ, ਹਰਦੀਪ ਸਿੰਘ ਕੇ ਗੁਰਦੀਪ ਸਿੰਘ। ਉਹ ਯੂਪੀ ਦੇ ਵਿੱਚ ਆ ਨੇੜੇ ਭਾਈ ਲਖਵੀਰ ਸਿੰਘ, ਜਿੱਡਾ ਵੱਡਾ ਮਰਜੀ ਮਹਾਂਪੁਰਸ਼ ਬਣ ਜਾਣ, ਦੇਣ ਤੇ ਸੰਤ ਵਰਿਆਮ ਸਿੰਘ ਦੀ ਹੈ ਖਾਲਸਾ ਜੀ। ਜਦੋਂ ਧਿਆਨ ਦੇਣਾ ਪਵੇਗਾ, ਲੱਖਾਂ ਸੰਤ ਵੀ ਪੈਦਾ ਕਰਕੇ। ਇੱਕ ਵਾਰੀ ਕਰੋਗੇ ਕਿਰਪਾ ਕਹਿ ਦਿਓ ਵਾਹਿਗੁਰੂ। ਬਾਬਾ ਜੀ ਕਹਿੰਦੇ ਮਰਦਾਨੀਆਂ ਇਹਦੀ ਤਾਰ ਨੂੰ ਛੇੜ। ਮਰਦਾਨਾ ਦਾ ਬਾਬਾ ਮੈਨੂੰ ਤਾਂ ਵਜਾਉਣੀ ਨਹੀਂ ਆਉਂਦੀ, ਵਜਾਉਣੀ। ਉਹ ਸਾਨੂੰ ਡੰਗਰ ਚਾਰਨ ਵਾਲਿਆਂ ਨੂੰ ਸੰਤ ਈਸ਼ਰ ਸਿੰਘ ਸੰਤ ਬਣਾ ਗਿਆ। ਉਹ ਡੰਗਰ ਚਾਰਨ ਵਾਲੇ ਸੱਜਣੋ, ਜਦੋਂ ਭਾਈ ਮਰਦਾਨੇ ਨੇ ਆਖਿਆ ਬਾਬਾ ਮੈਨੂੰ ਤਾਂ ਵਜਾਉਣੀ ਨਹੀਂ ਆਉਂਦੀ, ਗੁਰਦੇਵ ਕਹਿੰਦੇ ਮਰਦਾਨੀਆਂ ਤੂੰ ਇਹਦੀ ਤਾਰ ਤੇ ਹੱਥ ਰੱਖ। ਜਦੋਂ ਮਰਦਾਨੇ ਨੇ ਤਾਰ ਤੇ ਹੱਥ ਰੱਖਿਆ ਤੇ ਵਿੱਚੋਂ ਇੱਕ ਆਵਾਜ਼ ਨਿਕਲੀ। ਮਰਦਾਨਾ ਕਹਿੰਦਾ ਬਾਬਾ ਇਹ ਤਾਂ ਬੋਲਦੀ ਆ। ਮਰਦਾਨਾ ਦਾ ਬਾਬਾ ਇਹ ਤਾਂ ਬੋਲਦੀ ਆ। ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨੀਆਂ ਜਿਵੇਂ ਆ ਬੋਲਦੀ ਆ ਤੂੰ ਵੀ ਬੋਲ। ਮਰਦਾਨਾ ਕਹਿੰਦਾ ਬਾਬਾ ਇਹ ਤਾਂ ਬੋਲਦੀ। ਗੁਰਦੇਵ ਕਹਿੰਦਾ ਕੀ ਬੋਲਦੀ? ਕਹਿੰਦਾ ਤੇਰਾ ਨਾਮ ਬੋਲਦੀ ਆ, ਗੱਲ ਕਹਿੰਦੀ ਆ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ।
ਆ। ਗੁਰੂ ਜੀ ਕਹਿੰਦਾ ਮਰਦਾਨੀਆ ਜਿਵੇਂ ਇਹ ਬੋਲਦੀ ਤੂੰ ਵੀ ਬੋਲ। ਜਦੋਂ ਮਰਦਾਨੇ ਨੇ ਬੋਲਿਆ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਇਹਨੇ ਜਦੋਂ ਦੂਜੀ ਵਾਰੀ ਹੱਥ ਰੱਖਿਆ ਤੇ ਵਿੱਚੋਂ ਇੱਕ ਹੋਰ ਆਵਾਜ਼ ਨਿਕਲੀ, ਆਂਦਾ ਬਾਬਾ ਜਿੱਥੇ ਤੇਰਾ ਨਾਮ ਬੋਲਦੀ ਹੈ ਤਾਂ ਮੇਰਾ ਨਾਮ ਵੀ ਬੋਲਦੀ ਆ। ਗੁਰਦੇਵ ਕਹਿੰਦਾ ਮਰਦਾਨੀਆ ਕੀ ਕਹਿੰਦੀ ਆ? ਕਹਿੰਦਾ ਮਹਾਰਾਜ ਕਹਿੰਦੀ ਆ ਬੋਲ ਮਰਦਾਨੀਆ ਸਤ ਕਰਤਾਰ, ਬੋਲ ਮਰਦਾਨੀਆ ਸਤ ਕਰਤਾਰ। ਜਿੱਥੇ ਤੇਰਾ ਨਾਮ ਬੋਲਦੀ ਉੱਥੇ ਮੇਰਾ ਨਾਮ ਵੀ ਬੋਲਦੀ ਆ। ਗੁਰਦੇਵ ਕਹਿੰਦਾ ਮਰਦਾਨੀਆ ਇਹ ਸੱਚ ਕਹਿੰਦੀ ਆ। ਕਹਿ ਦਿਓ ਵਾਹਿਗੁਰੂ। ਮਰਦਾਨੀਆ ਇਹ ਸੱਚ ਕਹਿੰਦੀ। ਮਰਦਾਨੀਆ ਉਹ ਜਿੱਥੇ ਮੇਰਾ ਨਾਮ ਰਹੇਗਾ ਉੱਥੇ ਤੇਰਾ ਨਾਮ ਹੀ ਰਹੇਗਾ। ਮਰਦਾਨੀਆ ਜਿੱਥੇ ਮੇਰਾ ਨਾਮ ਰਹੇਗਾ ਉੱਥੇ ਤੇਰਾ ਨਾਮ ਵੀ। ਹਾਂਜੀ ਇੱਕ ਵਾਰੀ ਨਾਮ ਰਹੇਗਾ ਰਹਿਣਗੇ ਸਾਧੂ, ਬਾਕੀ ਹੋਰ ਝੂਠੀ ਦੁਨੀਆ। 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 ਸਾਡਾ ਨਾਮ ਰਹੇਗਾ ਉੱਥੇ ਤੇਰਾ ਨਾਮ ਵੀ ਰਹੇਗਾ। ਮੈਨੂੰ ਸੱਜਣਾ ਇੱਕ ਗੱਲ ਯਾਦ ਆਈ। ਮਹਾਂਪੁਰਖ ਬਾਬਾ ਨਾਨਕ ਸਿੰਘ ਇੱਥੇ ਅੱਜ ਤਾਂ ਸੰਤ ਨੂੰ ਸੰਤ ਫਤਿਹ ਬੁਲਾ ਕੇ ਰਾਜੀ ਨਹੀਂ। ਉਹ ਕਦੇ ਸੰਤਾਂ ਦਾ ਜ਼ਮਾਨਾ ਸੀ। ਓਏ ਸੰਤ ਨੂੰ ਵੇਖ ਕੇ ਚਾਅ ਚੜ ਜਾਂਦਾ। ਕਬੀਰ ਆਉਂਦਾ ਸਾਧੂ ਵੇਖ ਕੇ। ਰਮੈਣੀ ਗ੍ਰੰਥ ਵਿੱਚ ਦੱਸਦੇ ਨੇ ਆਉਂਦਾ ਸਾਧੂ ਵੇਖ ਕੇ ਹੱਸੇ ਮੇਰੀ ਦੇਹ
ਉਹ ਰੋਮ ਰੋਮ ਵਿੱਚ ਵਸ ਗਿਆ ਜੂੰ ਧਰਨੀ ਮੈਂ ਖੇ। ਬਾਬਾ ਨਾਨਕ ਸਿੰਘ ਵਰਗੇ ਮਹਾਂਪੁਰਖ ਅੱਜ ਜਿਵੇਂ ਦਾਸ ਤੋਂ ਪਹਿਲਾਂ ਸੰਤ ਕੁਲਦੀਪ ਸਿੰਘ ਹੋਰੀ ਸਮਾਂ ਲਾ ਕੇ ਗਏ ਨੇ। ਇੱਕ ਵਾਰੀ ਕਹਿ ਦਿਓ ਵਹਿਰੂ, ਇਹ ਕਹਿ ਕੇ ਗਏ ਨੇ ਜੀ ਵੱਡੇ ਵੱਡੇ ਸੰਤ ਬੈਠੇ ਨੇ। ਇੱਥੇ ਉਮਰਾਂ ਦਾ ਸਵਾਲ ਨਹੀਂ ਹੈ। ਕੋਈ ਤਾਂ ਕਹਿੰਦਾ ਵੀ ਕੱਲ ਦਾ ਮੁੰਡੂ ਸੰਤ ਬਣ ਗਿਆ। ਆ ਪੂਜਣਯੋਗ ਸੰਤ ਅਵਤਾਰ ਸਿੰਘ ਬੈਠੇ ਨੇ ਮੇਰੇ। ਉਹ ਜੇ ਛੋਟੇ ਨਾ ਹੋਏ ਤੇ ਵੱਡੇ ਕਿੱਥੋਂ ਆਉਣਗੇ। ਜ਼ਮਾਨਾ ਸੀ ਬਾਬਾ ਜੀ ਇੱਕ ਵੇਖਣ ਵਾਲਾ, ਬਾਬਾ ਅਤਰ ਸਿੰਘ ਮਸਤੂਆਣਾ, ਸੰਤ ਬਾਬਾ ਨੰਦ ਸਿੰਘ ਨਾਨਕਸਰ ਵਾਲੇ, ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ, ਦਮਦਮੀ ਟਕਸਾਲ ਦੇ ਮੁਖੀ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ। ਵਕਤ ਸਮੇਂ ਦੀਆਂ ਮਹਾਨ ਤਾਕਤਾਂ ਬੈਠੀਆਂ ਨੇ। ਖਾਲਸਾ ਜੀ ਜਦ ਇੱਕ ਦੂਜੇ ਨੂੰ ਮਿਲਦੇ ਨਾ, ਇੱਕ ਦੂਜੇ ਨੂੰ ਕਹੀ ਜਾਂਦੇ ਤੁਸੀਂ ਵੱਡੇ ਤੁਸੀਂ ਵੱਡੇ, ਕਿਉਂਕਿ ਇਹ ਜੁੜੇ ਨੇ ਗੁਰੂ ਦੀ ਵਡਿਆਈ ਨਾਲ। ਤੇ ਜਿਹੜਾ ਆਪਣੀ ਵਡਿਆਈ ਨਾਲ ਜੁੜ ਗਿਆ ਬਸ ਗਿਆ। ਇਹ ਤੇ ਕਹਿੰਦੇ ਹਨ, ਇਹ ਜਿੰਨੇ ਮਹਾਂਪੁਰਖ ਵੀ ਕਹਿੰਦੇ ਨੇ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਤੇਰਾ ਮੁਝਕੋ ਸੌਂਦੇ ਯਾਦਾ ਕੇ ਤੇਰਾ। ਇੱਕ ਸਮੇਂ ਕਹਿੰਦੇ ਨੇ ਮਹਾਂਪੁਰਖ ਇੱਕ ਸਟੇਜ ਤੇ ਸਾਰੇ ਮਹਾਂਪੁਰਖ ਇਕੱਠੇ ਹੋ ਗਏ। ਰਾਣਾ ਸਾਹਿਬ ਦੀ ਸੰਪਰਦਾ ਦੇ ਵਿੱਚ ਇੱਕ ਸੰਤ ਮੱਘਰ ਸਿੰਘ, ਬਾਬਾ ਅਵਤਾਰ ਸਿੰਘ ਹੋਰਾਂ ਨੂੰ ਜ਼ਿਆਦਾ ਪਤਾ ਕਿਉਂਕਿ ਇਲਾਕਾ ਪੈਂਦਾ ਉਧਰ। ਸੰਤ ਮੱਘਰ ਸਿੰਘ ਸਨ ਜਿਹੜੇ ਜਵਾਨੀ ਉਮਰ ਸਨ 27 ਸਾਲ ਦੀ ਉਮਰ। ਸੰਤ ਬਾਬਾ ਮੱਘਰ ਸਿੰਘ ਦੀ ਕਹਿੰਦੇ ਨੇ ਇਲਾਕੇ 'ਚ ਔੜ ਬੜੀ ਲੱਗੀ। ਸੌਣ ਦਾ ਮਹੀਨਾ ਸੀ, ਔੜ ਬੜੀ ਲੱਗੀ, ਬਰਸਾਤ ਨਹੀਂ ਪੈ ਰਹੀ। ਬਰਸਾਤ ਨਾ ਪੈਣੇ ਕਰਕੇ ਕਹਿੰਦੇ ਨੇ ਸੌਣ ਦਾ ਮਹੀਨਾ ਤੇ ਇੱਕ ਸਟੇਜ ਤੇ ਸਾਰੇ ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇਕੱਠੇ ਹੋਏ। ਕੀਰਤਨ ਸ਼ੁਰੂ ਹੋਣਾ ਸੀ। ਸੰਗਤ ਨੇ ਬੇਨਤੀ ਕੀਤੀ, ਬਾਬਾ ਜੀ ਆਹ ਧਾਨ ਦੀਆਂ ਫਸਲਾਂ ਸੁੱਕਦੀਆਂ ਜਾ ਰਹੀਆਂ ਨੇ, ਬਾਬਾ ਜੀ ਔੜ ਲੱਗ ਗਈ, ਕੋਈ ਬਾਰਿਸ਼ ਦੀ ਕਿਰਪਾ ਕਰੋ। ਜਦੋਂ ਸੰਗਤ ਨੇ ਬੇਨਤੀ ਕੀਤੀ ਨਾ, ਬਾਬਾ ਅਤਰ ਸਿੰਘ ਕਹਿੰਦੇ ਉਹ ਮੱਘਰ ਸਿਆਂ, ਉਹ ਮਹਾਂਪੁਰਖ ਅੰਗਰੇਜ਼ ਦਾ ਰਾਜ ਹੋਏ ਜਿਨ੍ਹਾਂ ਨੇ 360 ਗੁਰਦੁਆਰਾ ਬਣਾਇਆ, 700 ਸਕੂਲ, 40 ਕਾਲਜ ਬਣਾਏ। ਕੁਰਸ਼ੇਤਰ ਤੇ ਬਨਾਰਸ ਵਰਗੀਆਂ ਯੂਨੀਵਰਸਿਟੀਆਂ ਦੀ ਨੀ ਸੰਤ ਬਾਬਾ ਅਤਰ ਸਿੰਘ ਮਸਤੂ ਵਾਲੇ ਮਹਾਂਪੁਰਖਾਂ ਦੇ ਹੱਥੀ ਰੱਖੀ ਗਈ। ਖਾਲਸਾ ਜੀ ਇਹੋ ਜਿਹੇ ਮਹਾਂਪੁਰਖ ਨੰਬਰਤਾ ਬਦਲੇ ਅੱਜ ਤੱਕ 4 ਅੱਖਰ ਸੰਤ ਅਵਤਾਰ ਸਿੰਘ ਜੀ ਪੜ੍ਹਦੇ ਨਾ। ਸਾਡੇ ਵਰਗਿਆਂ ਨੂੰ ਤਾਂ ਕਹਿੰਦੇ ਇਹਨਾਂ ਨੂੰ ਕੀ ਪਤਾ। ਇੱਕ ਸਮੇਂ ਸੰਤ ਬਾਬਾ ਅਤਰ ਸਿੰਘ ਨੂੰ ਕਿਸੇ ਨੇ ਆਖਿਆ ਜੀ ਬਾਬਾ ਜੀ ਬਾਣੀ ਦੇ ਅਰਥ ਕਰਕੇ ਸਮਝਾਓ। ਬੈਠੇ ਨੇ ਬ੍ਰਹਮ ਗਿਆਨੀ ਮਹਾਂਪੁਰਖ, ਕਹਿੰਦੇ ਬਾਬਾ ਜੀ ਬਾਣੀ ਦੇ ਅਰਥ ਕਰਕੇ ਸਮਝਾਓ, ਤੇ ਮਹਾਂਪੁਰਖ ਚੁੱਪ। ਫਿਰ ਸੰਗਤ ਨੇ ਬੇਨਤੀ ਕੀਤੀ, ਬਾਬਾ ਜੀ ਬੇਨਤੀ ਕੀਤੀ ਆ ਕਿ ਬਾਣੀ ਦੇ ਅਰਥ ਕਰਕੇ ਸਮਝਾਓ। ਸੰਤ ਫੇਰ ਚੁੱਪ। ਜਦੋਂ ਤੀਜੀ ਵਾਰੀ ਕਿਹਾ ਬਾਬਾ ਜੀ ਬੇਨਤੀ ਕੀਤੀ ਆ ਕਿ ਬਾਣੀ ਦੇ ਅਰਥ ਕਰਕੇ ਸਮਝਾਓ, ਤੇ ਸੰਤ ਬਾਬਾ ਅਤਰ ਸਿੰਘ ਕਹਿੰਦੇ ਸਮਝੇ ਨਹੀਂ ਤੁਸੀਂ। ਇੱਕ ਵਾਰੀ ਕਹਿ ਦਿਓ ਵਹਿਰੂ, ਕਹਿੰਦੇ ਤੁਸੀਂ ਅਜੇ ਸਮਝੇ ਨਹੀਂ। ਆਂਦੇ ਬਾਬਾ ਜੀ ਅਸੀਂ ਨਹੀਂ ਸਮਝੇ, ਕਿਰਪਾ ਕਰਕੇ ਅਰਥ ਸਮਝਾਓ। ਆ ਮਹਾਂਪੁਰਖ ਕਹਿੰਦੇ ਨੇ ਅਰਥ ਕੀ ਸਮਝਾਈਏ, ਤੁਹਾਡੇ ਸਵਾਲ ਦਾ ਜਵਾਬ ਚੁੱਪ ਹੀ ਹੈ। ਚੁੱਪ ਹੀ ਆਖਿਆ ਬਾਬਾ ਜੀ। ਉਹ ਕਿਵੇਂ? ਸੰਤ ਲੱਗੇ ਕਹਿਣ ਪ੍ਰੇਮੀਓ, ਉਹ ਜਿੰਨੀ ਬਾਣੀ ਪੜੋਗੇ ਉਹਨਾਂ ਤੁਹਾਡਾ ਅਭਿਆਸ ਹੋਵੇਗਾ, ਉਹਨੇ ਗੁਰੂ ਦੇ ਨੇੜੇ ਹੋਵੋਗੇ, ਉਹਨੇ ਬਾਣੀ ਦੇ ਅਰਥ ਬਦਲਦੇ ਜਾਣਗੇ। ਮੈਂ ਅਰਥ ਕੀ ਸਮਝਾਵਾਂ? ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਤਾਰ। ਸਮਝੇ ਨਹੀਂ? ਇਹ ਮਹਾਂਪੁਰਖ ਬੈਠੇ ਸੀ ਤੇ ਸੰਤ ਅਤਰ ਸਿੰਘ ਕਹਿੰਦੇ, ਇਹੋ ਜਿਹੇ ਮਹਾਂਪੁਰਖ ਕਹਿੰਦੇ ਉਹ ਮੱਘਰ ਸਿਆਂ ਬਾਬਾ ਜੀ ਵਡੇਰੀ ਉਮਰ 'ਚ ਤੇ ਸਰੀਰ ਕਰਕੇ, ਹੋਰ ਮਹਾਂਪੁਰਖ ਵੀ ਵਡੇਰੀਆਂ ਉਮਰਾਂ 'ਚ ਸੀ। ਬਾਬਾ ਅਤਰ ਸਿੰਘ ਮਰ ਕਹਿੰਦੇ ਮੱਘਰ ਸਿਆਂ ਇੰਜ ਕਰੋ ਤੂੰ ਬਾਰਿਸ਼ ਪਵਾ ਦੇ। ਸੰਗਤ ਕਹਿੰਦੀ ਆ ਬਾਰਿਸ਼ ਨਹੀਂ ਪੈਂਦੀ। ਇੰਨਾ ਪਿਆਰ ਸੰਤਾਂ ਦਾ, ਇੰਨਾ ਪਿਆਰ। ਬਾਬਾ ਮੱਘਰ ਸਿੰਘ ਲੱਗੇ ਕਹਿਣ ਬਾਬਾ ਜੀ ਮੈਂ ਤੁਹਾਡੇ ਤੇ ਛੋਟੀ ਉਮਰ ਦਾ ਬਾਬਾ ਜੀ, ਤੁਹਾਡੇ ਸਾਹਮਣੇ ਮੈਂ ਕੀ ਕੁਛ ਵੀ ਨਹੀਂ। ਬਾਬਾ ਜੀ ਤੁਸੀਂ ਵਡੇਰੀਆਂ ਉਮਰਾਂ ਵਾਲੇ ਕਮਾਈਆਂ ਵਾਲੇ ਮਹਾਂਪੁਰਖ,
ਤੁਸੀਂ ਕਿਰਪਾ ਕਰੋ। ਤੇ ਸੰਤ ਅਤਰ ਸਿੰਘ ਪਤਾ ਕੀ ਕਹਿੰਦੇ? ਕਹਿੰਦੇ ਉਹ ਮੱਗਰ ਸਿਆ ਤੇਰੀ ਦੁਕਾਨ ਨਵੀਂ ਨਵੀਂ ਆ ਤੇ ਨਵੀਂ ਦੁਕਾਨ ਤੇ ਗਾਹਕ ਜ਼ਿਆਦਾ ਪੈਂਦਾ ਸਾਡੀਆਂ ਦੁਕਾਨਾਂ ਤਾਂ ਪੁਰਾਣੀਆਂ ਹੋ ਗਈਆਂ ਕਿ ਇੰਨਾ ਸਤਿਕਾਰ। ਕਹਿੰਦੇ ਸੰਤ ਮੱਗਰ ਸਿੰਘ ਨੇ ਆਖਿਆ ਲਓ ਫਿਰ ਗੁਰੂ ਦੀ ਸੰਗ ਤੇ ਅਸੀਂ ਮਹਾਂਪੁਰਖਾਂ ਦਾ ਬਚਨ ਨਹੀਂ ਮੋੜ ਸਕਦੇ, ਪਰ ਇੰਜ ਕਰਿਓ ਜੇ ਹੁਣ ਉੱਠਿਓ ਤਾਂ ਜਦੋਂ ਬਾਰਿਸ਼ ਲੱਗ ਪਵੇ, ਨਹੀਂ ਤੇ ਉੱਠਿਓ ਨਾ ਜਾਣਾ ਤੇ ਨਾ ਮੈਂ ਜਾਣਾ, ਨਾ ਕਿਸੇ ਨੂੰ ਜਾਣ ਦੇਣਾ। ਮਹਾਂਪੁਰਖਾਂ ਬੜੀ ਧਾਰਨਾ ਫਿਰ ਖਾਲਸਾ ਜੀ ਬਾਦਲ ਬਿਨ ਬਰਖਾ ਹੋਈ ਸੰਗ ਤੇ ਬਾਦਲ ਬਿਨ ਬਰਖਾ ਹੋਈ ਸੰਗ ਤੇ ਬਾਦਲ ਬਿਨ ਚਮਕਦਾ ਸੂਰਜ ਸਾਵਣ ਦਾ ਮਹੀਨਾ। ਸੰਤ ਮੱਗਰ ਸਿੰਘ ਨੇ ਜਦ ਕੀਤਾ ਕੀਰਤਨ ਸ਼ੁਰੂ ਖਾਲਸਾ ਜੀ ਕਹਿੰਦੇ ਨੇ ਘੰਟਾ ਡੇਢ ਨਹੀਂ ਗੁਜ਼ਰਿਆ, ਇੱਕ ਛੋਟੀ ਜਿਹੀ ਕਾਲੀ ਬਦਰੀ ਆਕਾਸ਼ ਦੇ ਵਿੱਚੋਂ ਨਿਕਲੀ। ਖਾਲਸਾ ਜੀ ਵੇਖਦੇ ਵੇਖਦੇ ਜਲ ਥਲ ਕਰ ਗਈ। ਖਾਲਸਾ ਜੀ ਇੱਕ ਤੋਂ ਇੱਕ ਚੜਾਉਂਦੀਆਂ, ਕੌਣ ਜਾਣੇ ਮੇਰਾ ਨਾਮ ਜੀ। ਇਹ ਸੰਪਰਦਾ ਪੰਜਾਂ ਪਿਆਰਿਆਂ ਨੇ ਮੁਖੀ ਭਾਈ ਸਾਹਿਬ ਭਾਈ ਦਇਆ ਸਿੰਘ ਤੋਂ ਚੱਲੀ ਸੀ। ਇਸੇ ਸੰਪਰਦਾ ਦੇ ਵਿੱਚ ਬਾਬਾ ਜਵਾਲਾ ਸਿੰਘ ਹਰਖੋ ਵਾਲੀਏ, ਕਿੰਨਾ ਕਿੰਨਾ ਦਾ ਜ਼ਿਕਰ ਕਰੀਏ। ਖਾਲਸਾ ਜੀ ਦਾਸ ਅਰਜ ਕਰ ਰਿਹਾ ਸੀ ਨਾਮ ਰਹੋ ਸਾਧੂ ਰਹੋ। ਇੱਕ ਵਾਰੀ ਫਿਰ ਜਰਾ ਪਿੱਛੇ ਨੂੰ ਆਈਏ। ਜਦੋਂ ਬਾਬਾ ਆਨੰਦ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਨੇ ਨਾ, ਸਮਾਂ ਥੋੜਾ ਗੱਲ ਕੁਝ ਬਹੁਤੀ ਕਹਿਣ ਦੀ ਦਾਸ ਕੋਸ਼ਿਸ਼ ਕਰ ਰਿਹਾ। ਆਪ ਜੀ ਦੇ ਨਾਲ ਸੀ ਭਾਈ ਜਵਿੰਦਰ ਸਿੰਘ, ਬਾਬਾ ਜਵਿੰਦਰ ਸਿੰਘ। ਜਦੋਂ ਦਰਸ਼ਨ ਦਿੱਤਾ ਨਾ ਗੁਰੂ ਨਾਨਕ ਸਾਹਿਬ ਨੂੰ, ਜਦੋਂ ਗੁਰੂ ਨਾਨਕ ਸਾਹਿਬ ਨੇ ਦਰਸ਼ਨ ਦਿੱਤੇ ਨੇ ਆਖਿਆ ਜਵਿੰਦਰ ਸਿੰਘ ਕੁਝ ਮੰਗ ਲੈ। ਹੁਣ ਮੰਗਣਾ ਵੀ ਤਾਂ ਕਿਸੇ ਕਿਸੇ ਨੂੰ ਆਉਂਦਾ। ਬਾਬਾ ਨਾਨਕ ਸਿੰਘ ਨੇ ਬਾਬਾ ਜਵਿੰਦਰ ਸਿੰਘ ਨੇ ਆਖਿਆ ਸੀ ਗਰੀਬ ਨਵਾਜ ਤੇ ਤੁਠਿਓ ਕਿਰਪਾ ਕਰੋ, ਜਦੋਂ ਮੈਂ ਤੁਹਾਡਾ ਕੀਰਤਨ ਕਰਾਂ ਨਾ ਮੈਨੂੰ ਤੁਹਾਡੇ ਇਸੇ ਤਰ੍ਹਾਂ ਹੀ ਦਰਸ਼ਨ ਹੋਣੇ ਚਾਹੀਦੇ ਨੇ ਜਿਵੇਂ ਹੁਣ ਹੋ ਰਹੇ। ਬਾਬਾ ਜਵਿੰਦਰ ਸਿੰਘ ਨੇ ਜਦ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤਥਾਸਤੂ ਮੈਂ ਕਰਨਾ। ਬਾਬਾ ਆਨੰਦ ਸਿੰਘ ਨੂੰ ਪੁੱਛਿਆ ਗਿਆ ਆਨੰਦ ਸਿੰਘ ਤੂੰ ਕੁਝ ਮੰਗ ਲੈ। ਬਾਬਾ ਆਨੰਦ ਸਿੰਘ ਜੀ ਕਹਿੰਦਾ ਗਰੀਬ ਨਵਾਜ ਕੁਝ ਮੰਗਣਾ ਨਹੀਂ ਆਉਂਦਾ। ਫਿਰ ਆਖਿਆ ਆਨੰਦ ਸਿੰਘ ਕੁਝ ਮੰਗ ਲੈ ਦੂਜਾ ਬਚਣਾ। ਬਾਬਾ ਆਨੰਦ ਸਿੰਘ ਨੇ ਆਖਿਆ ਬੇਨਤੀ ਕੀਤੀ ਗਰੀਬ ਨੂੰ ਅੱਜ ਮੰਗਣ ਦੀ ਜਾਚ ਨਹੀਂ। ਗੁਰਦੇਵ ਕਹਿੰਦੇ ਤੀਜਾ ਬਚਨ ਆਨੰਦ ਸਿੰਘ ਕੁਝ ਮੰਗ ਲੈ। ਬਾਬਾ ਆਨੰਦ ਸਿੰਘ ਨੇ ਆਖਿਆ ਗਰੀਬ ਨਵਾਜ ਜਦ ਪੁੱਛਿਓ ਤਾਂ ਆਪਣੇ ਬਣਾ ਲਓ, ਆਪਣੇ ਆਪਣੇ ਬਣਾ ਲਓ ਆਪਣੇ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਆਨੰਦ ਸਿੰਘ ਇਹ ਤੇ ਮੰਗ ਅੱਜ ਤੱਕ ਕਿਸੇ ਨੇ ਮੰਗੀ ਨਹੀਂ। ਚੰਗਾ ਆਨੰਦ ਸਿੰਘ ਜੇ ਮੇਰਾ ਬਣਨਾ ਨਾ ਕਿਸੇ ਦੇ ਅੱਗੇ ਹੱਥ ਨਾ ਅੱਡੀ ਮਾਫ ਕਰਨਾ। ਤੇ ਬਾਬਾ ਆਨੰਦ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਗਰੀਬ ਨਵਾਜ ਇੱਕ ਛੋਟੀ ਜੀ ਮੰਗ ਹੋਰ ਆ। ਜਰਾ ਧਿਆਨ ਦੇਣਾ ਪਵੇਗਾ। ਨਾਮ ਰਹਿਓ, ਨਾਮ ਰਹਿਓ, ਪੜੋ ਨਾਮ ਰਹਿਓ ਸਾਧੂ। ਪਾਤਸ਼ਾਹ ਕਹਿੰਦੇ ਆਨੰਦ ਸਿੰਘ ਛੋਟੀ ਜੀ ਮੰਗ ਕਿਹੜੀ ਆ। ਬਾਬਾ ਆਨੰਦ ਸਿੰਘ ਜੀ ਕਹਿੰਦੇ ਪਾਤਸ਼ਾਹ ਜੇ ਉੱਠੇ ਹੋ ਨਾ ਕਿਰਪਾ ਕਰੋ ਇਸ ਮਾਤ ਲੋਕ ਦੀ ਧਰਤੀ ਤੇ ਆਨੰਦ ਸਿੰਘ ਦੇ ਨਾਂ ਤੇ ਸੂਈ ਦੇ ਨੱਕੇ ਜਿੰਨੀ ਕਿਤੇ ਵੀ ਥਾਂ ਨਾ ਹੋਵੇ। ਸੂਈ ਦੇ ਨੱਕੇ ਜਿੰਨੀ ਆਨੰਦ ਸਿੰਘ ਦੇ ਨਾਂ ਤੇ ਸੂਈ ਦੇ ਨੱਕੇ ਜਿੰਨੀ ਥਾਂ ਨਾ ਹੋਵੇ
ਜਿੱਥੇ ਨਾਮ ਹੋਵੇ ਤੇਰਾ ਹੋਵੇ, ਐਵੇਂ ਨਹੀਂ ਨਾਨਕ ਸਰ ਸਿਫਤੀ ਦਾ ਘਰ ਥਾਂ ਥਾਂ ਤੇ ਨਾਨਕ ਸਰ ਆਖਿਆ ਗਰੀਬ ਨਵਾਜ ਜੋ ਵੀ ਕੰਮ ਹੋਵੇ ਤੇਰੇ ਨਾਂ ਤੇ ਹੋਵੇ। ਨੰਦ ਸਿੰਘ ਦੇ ਨਾਂ ਤੇ ਸੂਈ ਜਿੰਨੀ ਥਾਂ ਨਾ ਹੋਵੇ। ਗੁਰਦੇਵ ਕਹਿੰਦੇ ਨੰਦ ਸਿਆ ਆ ਕੀ ਮੰਗ ਮੰਗ ਲਈ। ਆਖਿਆ ਨੰਦ ਸਿਆ ਤੂੰ ਤਾਂ ਕਹਿੰਦਾ ਕਿ ਨੰਦ ਸਿੰਘ ਦੇ ਨਾਂ ਤੇ ਸੂਈ ਜਿੱਤੇ ਨੱਕੇ ਜਿੰਨੀ ਕਿਤੇ ਥਾਂ ਨਾ ਹੋਵੇ। ਨੰਦ ਸਿਆ ਤੂੰ ਤਾਂ ਕਹਿੰਦਾ ਕਿ ਨੰਦ ਸਿੰਘ ਦੇ ਨਾਂ ਤੇ ਸੂਈ ਦੇ ਨੱਕੇ ਜਿੰਨੀ ਥਾਂ ਨਾ ਹੋਵੇ। ਆਖਿਆ ਸੀ ਉਹ ਨੰਦ ਸਿਆ ਉਹ ਦੁਨੀਆ ਦੇ ਵਿੱਚ ਸੂਈ ਦੇ ਨੱਕੇ ਜਿੰਨੀ ਐਸੀ ਕਿਤੇ ਵੀ ਥਾਂ ਨਹੀਂ ਹੋਵੇਗੀ ਉਹ ਜਿੱਥੇ ਨੰਦ ਸਿੰਘ ਦਾ ਨਾਂ ਨਹੀਂ ਹੋਵੇਗਾ। ਜਿੱਥੇ ਨੰਦ ਸਿੰਘ ਦਾ ਨਾਂ ਨਹੀਂ ਹੋਵੇਗਾ ਦੁਨੀਆ ਵਿੱਚ ਸੁੱਕੀ ਸੂਈ ਦੇ ਨੱਕੇ ਜਿੰਨੀ ਐਸੀ ਕੋਈ ਥਾਂ ਨਹੀਂ ਹੋਵੇਗੀ ਜਿੱਥੇ ਨੰਦ ਸਿੰਘ ਦਾ ਨਾਮ ਨਾ ਹੋਵੇ। ਇੱਕ ਵਾਰੀ ਫੇਰ ਪੜ੍ਹ ਲਓ। ਨਾਮ ਰਹੋ ਸਾਧੂ ਰਹੋ ਗੋਬਿੰਦ ਓ ਨਾਨਕ ਇਹ ਜਗਤ ਮੈਂ ਹੋ ਕੇ ਜਗਿਓ ਗੁਰਵੰਦ। ਇਸ ਸੰਪਰਦਾ ਦੇ ਵਿੱਚ ਬਾਬਾ ਜਵਾਲਾ ਸਿੰਘ ਹਰਖੋਵਾਲੀਏ ਆ ਨੇੜੇ ਪੈਂਦਾ, ਹਰਖੋਵਾਲ ਡਿਸਟ੍ਰਿਕਟ ਹੁਸ਼ਿਆਰਪੁਰ ਚ ਪੈਂਦਾ। ਜ਼ਮਾਨਾ ਬਦਲ ਗਿਆ ਸੱਜਣੋ। ਆਹ ਇੱਕ ਸਮੇਂ ਬਾਬਾ ਜਵਾਲਾ ਸਿੰਘ ਹਰਖੋਵਾਲੀਏ ਆਪਣੇ ਸੇਵਕਾਂ ਨੂੰ ਕਹਿੰਦਾ ਪ੍ਰੇਮੀਓ ਚਲੋ ਅੱਜ ਤੁਹਾਨੂੰ ਇੱਕ ਮਹਾਂਪੁਰਸ਼ ਦੇ ਦਰਸ਼ਨ ਕਰਾਈਏ, ਮਹਾਂਪੁਰਖ ਦੇ ਬ੍ਰਹਮ ਗਿਆਨੀ ਦੇ। ਸੇਵਾਦਾਰਾਂ ਨੇ ਸੋਚਿਆ ਕਿ ਭਲਾ ਬਾਬਾ ਜੀ ਤੋਂ ਵੱਡਾ ਬ੍ਰਹਮ ਗਿਆਨੀ ਕੌਣ ਹੋ ਸਕਦਾ, ਕਿਉਂਕਿ ਜਿੱਥੇ ਬੰਦਾ ਜੁੜਿਆ ਹੋਵੇ ਤਾਂ ਸ਼ਰਧਾ ਹੋ ਜਾਂਦੀ ਆ। ਸੰਤ ਕਹਿੰਦੇ ਚਲੋ ਅੱਜ ਤੁਹਾਨੂੰ ਇੱਕ ਇਹੋ ਜਿਹੇ ਸੰਤ ਦੇ ਦਰਸ਼ਨ ਕਰਾਈਏ ਬ੍ਰਹਮ ਗਿਆਨੀ ਦੇ। ਆਖਿਆ ਜੀ 7 ਵਜਨ ਪੋਹ ਦਾ ਮਹੀਨਾ ਤੇ ਸਰਦੀ ਦੀ ਰੁੱਤ ਆ ਟਾਂਡਾ ਓੜ ਇੱਥੇ ਇੱਕ ਸਾਈਂ ਬੂਟੇ ਸ਼ਾਹ ਇਸਲਾਮੀ ਮਤ ਦਾ ਮਹਾਂਪੁਰਸ਼ ਹੋਇਆ। ਸਾਈਂ ਬੂਟੇ ਸ਼ਾਹ ਬਾਬਾ ਜਵਾਲਾ ਸਿੰਘ ਜੀ ਦੇ ਨਾਲ 25-30 ਸਿੰਘ ਨੇ। ਕਹਿੰਦੇ ਜਦੋਂ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲੇ ਸਾਈਂ ਬੂਟੇ ਸ਼ਾਹ ਦੀ ਕੁਟੀਆ ਦੇ ਨੇੜੇ ਪੁੱਜੇ ਤੇ ਅੱਗੇ ਬੂਟੇ ਸ਼ਾਹ ਨਾ ਸਾਈਂ ਬੂਟੇ ਸ਼ਾਹ ਸੂਰਜ ਵੱਲ ਮੂੰਹ ਕਰਕੇ, ਸੂਰਜ ਨਿਕਲਿਆ ਹੋਇਆ ਤੇ ਧੁੱਪ ਸੇਕ ਰਹੇ ਨੇ। ਧੁੱਪ ਜਦੋਂ 200 ਗਜ ਦੀ ਦੂਰੀ ਤੇ ਬਾਬਾ ਜਵਾਲਾ ਸਿੰਘ ਜੀ ਰਹਿ ਗਏ ਨਾ, 200 ਗਜ ਦੀ ਦੂਰੀ ਤੇ ਸਾਈਂ ਬੂਟੇ ਸ਼ਾਹ ਦੀ ਕੁਟੀਆ ਤੋਂ ਰਹਿ ਗਏ। ਕਹਿੰਦੇ ਨੇ ਕਿ ਸਾਈਂ ਬੂਟੇ ਸ਼ਾਹ ਉੱਠ ਖਲੋਤਾ ਹੈ। ਸਾਈਂ ਬੂਟੇ ਸ਼ਾਹ ਨੇ ਬਾਬਾ ਜਵਾਲਾ ਸਿੰਘ ਵੱਲ ਪਿੱਠ ਕਰ ਦਿੱਤੀ। ਪਿੱਠ ਸਮਾਂ ਬੀਤਦਾ ਤੁਰਿਆ ਜਾਂਦਾ, ਬਾਬਾ ਜਵਾਲਾ ਸਿੰਘ ਰੁਕ ਗਿਆ। ਇੱਕ ਘੜੀ 2 ਘੜੀ ਪਹਿਰ ਦਾ ਸਮਾਂ ਗੁਜ਼ਰ ਗਿਆ। ਪਹਿਰ 3 ਘੰਟੇ ਦਾ ਮੰਨਿਆ। ਸੰਤਾਂ ਦੀ ਬੋਲੀ ਸਮਝਣੀ ਕਿਤੇ ਖਾਲਾ ਜੀ ਦਾ ਵਾੜਾ। ਮਹਿਮਾ ਭੇਦ ਨਾ ਜਾਣੇ ਸਾਧ ਦੀ ਮਹਿਮਾ, 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 ਸਾਧ ਦੀ ਮਹਿਮਾ ਭੇਦ ਨਾ ਜਾਣੇ ਚੇਤ ਆਪਣੇ ਤੇ ਸਾਪ ਦੀਆਂ। ਸੱਜਣੋ ਇੱਕ ਪੈਰ ਦਾ ਸਮਾਂ ਗੁਜ਼ਰ ਗਿਆ। ਬਾਬਾ ਜਵਾਲਾ ਸਿੰਘ ਵੱਲ ਸਾਈਂ ਬੂਟੇ ਸ਼ਾਹ ਪਿੱਠ ਕਰਕੇ ਖਲੋਤੇ ਨੇ ਤੇ ਬਾਬਾ ਜਵਾਲਾ ਸਿੰਘ ਸੇਵਾਦਾਰਾਂ ਨੂੰ ਕਹਿੰਦੇ ਨੇ ਚਲੋ ਭਾਈ ਚਲੀਏ ਘਰਾਂ, ਵਾਪਸ ਚਲੀਏ। ਇਹਨੇ ਬਚਨ ਕਰਕੇ ਬਾਬਾ ਜਵਾਲਾ ਸਿੰਘ ਕਹਿੰਦੇ ਵਾਹ ਸਾਈਂ ਬੂਟੇ ਸ਼ਾਹ, ਬਖਸ਼ਿਸ਼ਾਂ ਦੇ ਨਾਲ ਝੋਲੀਆਂ ਭਰ ਦਿੱਤੀਆਂ ਨੇ। ਝੋਲੀਆਂ ਸੇਵਾਦਾਰ ਲੱਗੇ ਕਹਿਣ ਬਾਬਾ ਜੀ ਸਾਈਂ ਬੂਟੇ ਸ਼ਾਹ ਤੇ ਬੋਲਿਆ ਹੀ ਨਹੀਂ, ਤੁਸੀਂ ਕਹਿੰਦੇ ਹੋ ਬਖਸ਼ਿਸ਼ਾਂ ਦੇ ਨਾਲ ਝੋਲੀਆਂ ਭਰ ਦਿੱਤੀਆਂ ਨੇ। ਬਾਬਾ ਜਵਾਲਾ ਸਿੰਘ ਲੱਗੇ ਕਹਿਣਾ ਮਹਾਂਪੁਰਸ਼ਾਂ ਦੀਆਂ ਰਮਜਾਂ ਹੁੰਦੀਆਂ ਨੇ, ਤੁਸੀਂ ਸਮਝੇ ਨਹੀਂ। ਉਹ ਸਾਈਂ ਬੂਟੇ ਸ਼ਾਹ 3 ਘੰਟੇ ਤੋਂ ਇੱਕੋ ਗੱਲ ਕਹੀ ਜਾਂਦਾ, ਵਾਰ-ਵਾਰ ਸਾਡੇ ਵੱਲ ਪਿੱਠ ਕਰਕੇ। ਸਾਈਂ ਬੂਟੇ ਸ਼ਾਹ ਇੱਕੋ ਹੀ ਬਚਨ ਕਰੀ ਜਾਂਦਾ। ਸਾਈਂ ਬੂਟੇ ਸ਼ਾਹ ਕਹਿ ਰਿਹਾ ਉਹ ਜਵਾਲਾ ਸਿਆ ਜੇ ਰੱਬ ਨੂੰ ਮਿਲਣਾ ਤੇ ਜੱਗ ਵੱਲ ਪਿੱਠ ਕਰਦੇ। ਖਾਲਸਾ ਜੀ ਜੇ ਰੱਬ ਨੂੰ ਮਿਲਣਾ। ਉਹ ਬਾਬਾ ਜਵਾਲਾ ਸਿੰਘ ਹਰਖੋਵਾਲੀਏ
ਇਲਾਕਾ ਕੁਝ ਹਰਖੋਵਾਲ ਦਾ ਰਤੀਲਾ ਇਲਾਕਾ ਸੀ। ਆਪਣੇ ਜ਼ਮਾਨੇ ਵਿੱਚ ਮੈਂ ਬਹੁਤਾ ਸਮਾਂ ਨਾ ਲਵਾਂ, ਆਪਣੇ ਜ਼ਮਾਨੇ ਵਿੱਚ ਮਹਾਂਪੁਰਖ ਬਾਬਾ ਜਵਾਲਾ ਸਿੰਘ ਜਿਨ੍ਹਾਂ ਨੇ ਕਾਈ ਦੇ ਬੂਟੇ ਪੱਟ ਕੇ ਨਾ, ਕਾਈ ਦੇ ਬੂਟੇ ਥੱਲੇ ਇੱਕ ਗੱਠ ਹੁੰਦੀ, ਗੱਠ ਜਿਹਨੂੰ ਗੰਢ ਵੀ ਕਹਿ ਦਿੰਦੇ ਆ, ਕਹਿੰਦੇ ਨੇ ਉਹ ਗੱਠਾਂ ਕਾਈ ਦੇ ਬੂਟੇ ਪੱਟ ਕੇ ਕਾਈ ਦੇ ਬੂਟੇ ਦੀਆਂ ਗੱਠਾਂ ਨੂੰ ਭੰਨ ਕੇ ਪਾਣੀ ਪੀ ਕੇ ਤਪੱਸਿਆ ਕਰਦੇ ਰਹੇ। ਇੱਕ ਸਮੇਂ ਕਹਿੰਦੇ ਭੁੱਖ ਨੇ ਬੜਾ ਜ਼ੋਰ ਪਾਇਆ ਸੀ, ਅੱਜ ਤੇ ਸਾਇੰਸ ਦਾ ਜ਼ਮਾਨਾ ਹੈ। ਕਹਿੰਦੇ ਬਾਬਾ ਜੀ ਤੁਰ ਜਾਂਦੇ ਕਿ ਪਗਡੰਡੀਆਂ ਹੁੰਦੀਆਂ, ਕੱਚੇ ਪਹੇ ਹੁੰਦੇ, ਰਾਹ ਹੁੰਦੇ। ਭੁੱਖ ਨੇ ਜ਼ੋਰ ਪਾਇਆ ਤੇ ਸਾਹਮਣੇ ਜ਼ਿਮੀਂਦਾਰਾਂ ਦੇ ਨਾ ਕੰਨਿਆਂ ਦੇ ਖੇਤ ਖੜੇ ਨੇ। ਬਾਬਾ ਜਵਾਲਾ ਸਿੰਘ ਜੀ ਕਹਿੰਦੇ ਮੰਗਣਾ ਵੀ ਨਹੀਂ ਤੇ ਭੰਨਣਾ ਵੀ ਨਹੀਂ, ਭਾਵ ਗੰਨਾ ਮੰਗਣਾ ਵੀ ਨਹੀਂ ਤੇ ਭੰਨਣਾ ਵੀ ਨਹੀਂ। ਤੁਰੇ ਜਾਂਦੇ ਨੇ ਨਾਲੇ ਕਹੀ ਜਾਂਦੇ ਨੇ ਮੰਗਣਾ ਵੀ ਨਹੀਂ, ਭੰਨਣਾ ਵੀ ਨਹੀਂ, ਮੰਗਣਾ ਵੀ ਨਹੀਂ, ਭੰਨਣਾ ਵੀ ਨਹੀਂ। ਜਾਂਦੇ ਜਾਂਦੇ ਖਾਲਸਾ ਜੀ ਅੱਗੇ ਘਲਾੜੀਆਂ ਹੁੰਦੀਆਂ ਸਨ, ਵੇਲਣੇ ਵੀ ਕਹਿ ਦਿੰਦੇ ਨੇ, ਕੋਹਲੂ ਵੀ ਕਹਿੰਦੇ ਜਿੱਥੇ ਗੰਨੇ ਪੀੜੇ ਜਾਂਦੇ। ਜ਼ਿਮੀਂਦਾਰ ਗੱਡਿਆਂ ਦੇ ਉੱਤੇ ਗੰਨੇ ਲੱਦ ਕੇ ਲਿਜਾ ਰਹੇ ਨੇ ਤੇ ਕੁਝ ਗੰਨੇ ਖਿਸਕ ਕੇ ਨਾ ਗੱਡਿਆਂ ਤੋਂ ਤੇ ਰਸਤੇ ਵਿੱਚ ਡਿੱਗੇ ਪਏ ਨੇ। ਰਸਤੇ ਵਿੱਚ ਪਿਆ ਗੰਨਿਆਂ ਨੂੰ, ਰਸਤੇ 'ਚ ਪਿਆ ਗੰਨਿਆਂ ਨੂੰ ਵੇਖ ਕੇ ਬਾਬਾ ਜਵਾਲਾ ਸਿੰਘ ਜੀ ਕਹਿੰਦੇ ਚੱਕਾਂ ਕੇ ਰੱਖਾਂ, ਚੱਕਾਂ ਕੇ ਰੱਖਾਂ। ਓਏ ਉਦੋਂ ਆਕਾਸ਼ਵਾਣੀ ਹੋਈ ਬਾਬਾ ਜਵਾਲਾ ਸਿੰਘ ਜੀ ਨੂੰ, ਆਖਿਆ ਜਵਾਲਾ ਸਿੰਘ, ਉਸ ਰੱਬੀ ਬਾਦ ਨੇ ਆਖਿਆ ਜਵਾਲਾ ਸਿੰਘ, ਸਬਰ ਤੇ ਸੰਤੋਖ ਦੀ ਕੋਈ ਹੱਦ ਹੁੰਦੀ ਓਏ ਜਵਾਲਾ ਸਿੰਘ, ਤੂੰ ਸਬਰ ਤੇ ਸੰਤੋਖ ਦੀ ਹੱਦ ਵੀ ਲੰਘ ਗਿਆ। ਉਹ ਜਵਾਲਾ ਸਿੰਘ ਜੇ ਮੰਗਣਾ ਵੀ ਨਹੀਂ ਤੇ ਭੰਨਣਾ ਵੀ ਨਹੀਂ, ਉਹ ਜਿਹੜੇ ਭੱਜੇ ਨੇ ਆ ਤੇ ਚੱਕ ਕੇ ਚੂਸ ਲੈ। ਜਦੋਂ ਗੁਰੂ ਘਰ ਕੇਸਗੜ੍ਹ ਸਾਹਿਬ ਦੀ ਅਨੰਦਪੁਰ ਸਾਹਿਬ ਨੀਂਹ ਰੱਖਣੀ ਸੀ ਨਾ, ਬੜੀਆਂ ਸੰਗਤਾਂ ਇਕੱਠੀਆਂ ਕਰਕੇ ਬਾਬਾ ਜੀ ਕਹਿੰਦੇ ਜਦ ਅਨੰਦਪੁਰ ਸਾਹਿਬ ਪੁੱਜੇ ਨਾ, ਖਾਲਸਾ ਜੀ ਅੰਗਰੇਜ਼ ਦਾ ਰਾਜ ਸੀ ਉਦੋਂ, ਜਦੋਂ ਨੀਹਾਂ ਵਗੈਰਾ ਪੱਟੀਆਂ ਗਈਆਂ, ਨੀਂਹ ਦੀ ਇੱਟ ਰੱਖਣੀ ਸੀ, ਬਾਬਾ ਜਵਾਲਾ ਸਿੰਘ ਜੀ ਕਹਿੰਦੇ ਕਿਹਦੇ ਹੱਥੋਂ ਰਖਵਾਈਏ। ਖੱਬੇ ਸੱਜੇ ਝਾਤੀ ਮਾਰੀ, ਇਹਨੇ ਚਰ ਨੂੰ 60 ਫੁੱਟ ਦਾ ਕੱਦ, ਬੱਬਰ ਸ਼ੇਰ ਵਰਗਾ ਸਰੀਰ, ਬੱਲੇ ਬੱਲੇ ਬੱਬਰ ਸ਼ੇਰ ਦੇ ਕੇਸਾਂ ਵਰਗੇ ਮੁਸ਼ਾਰੇ ਵਾਲਾ ਦਾੜਾ ਚੜਾਇਆ। ਇੱਕ ਮਿਲਟਰੀ ਦਾ ਜਰਨਲ ਆਇਆ, ਜਰਨਲ ਮਿਲਟਰੀ ਦੀ ਵਰਦੀ ਪਾਈ ਤੇ ਜਰਨਲ ਆਇਆ, ਹੱਸੂ ਹੱਸੂ ਕਰਦਾ ਚਿਹਰਾ, ਆ ਬੱਬਰ ਸ਼ੇਰ ਵਰਗੀਆਂ ਅੱਖਾਂ, ਨਿੱਤ। ਕਹਿੰਦੇ ਬਾਬਾ ਜਵਾਲਾ ਸਿੰਘ ਜੀ ਕਹਿੰਦੇ ਆ ਮਿਲਟਰੀ ਵਾਲਿਆਂ ਦਾ ਮਨ ਬੜਾ ਸ਼ੁੱਧ ਹੁੰਦਾ, ਜੰਗ ਵਿੱਚ ਮੌਤ ਦਾ ਡਰ ਹਮੇਸ਼ਾ ਬਣਿਆ ਰਹਿੰਦਾ, ਤੇ ਮੌਤ ਦਾ ਜਿੱਥੇ ਮੌਤ ਦਾ ਡਰ ਆ ਉੱਥੇ ਰੱਬ ਜ਼ਰੂਰ ਆ ਜਾਂਦਾ, ਉੱਥੇ ਰੱਬ ਦੀ ਯਾਦ ਜ਼ਰੂਰ ਆਉਂਦੀ ਹੈ। ਬਾਬਾ ਜੀ ਕਹਿੰਦੇ ਵੀ ਆ ਜਰਨਲ ਪਾਸੋਂ ਨਾ ਆ ਮਾਫ ਕਰਨਾ, ਗੁਰੂ ਘਰ ਦੀ ਨੀਂਹ ਰਖਾ ਦਿੰਦੇ ਆ। ਆਖਿਆ ਜਰਨਲ ਸਾਹਿਬ ਜੀ ਕਿਰਪਾ ਕਰਿਓ ਜਰਾ ਆ ਗੁਰੂ ਘਰ ਦੀ ਨੀਂਹ ਦੀ ਪਹਿਲੀ ਇੱਟ ਰੱਖਿਓ। ਕਹਿੰਦੇ ਨੇ ਜਦ ਜਰਨਲ ਸਾਹਿਬ ਜੀ ਲੱਗੇ ਨਾ ਰੱਖਣ ਗੁਰੂ ਘਰ ਦੀ ਇੱਟ ਦੀ ਪਹਿਲੀ ਨੀਂਹ, ਤੇ ਬਾਬਾ ਜਵਾਲਾ ਸਿੰਘ ਜੀ ਕਹਿੰਦੇ ਆਪਣੇ ਭਰਾ ਨੂੰ ਕਹਿੰਦੇ, ਓ ਵੀਰ ਦਰਸ਼ਨ ਕਰ ਲਾ, ਓਏ ਗੁਰੂ ਗੋਬਿੰਦ ਸਿੰਘ ਨੇ ਓਏ ਕਰ ਲੈ ਦਰਸ਼ਨ। ਜਦੋਂ ਇਹ ਬਚਨ ਕੀਤੇ ਜਵਾਲਾ ਸਿੰਘ ਦਰਸ਼ਨ ਕਰ ਲਾ ਓਏ, ਇਹੋ ਹੀ ਗੁਰੂ ਗੋਬਿੰਦ ਸਿੰਘ ਨੇ। ਤੇ ਅੱਗੋਂ ਕਲਗੀਧਰ ਪਾਤਸ਼ਾਹ ਬਾਬਾ ਜਵਾਲਾ ਸਿੰਘ ਜੀ ਵੱਲ ਵੇਖ ਕੇ ਮੁਸਕਰਾਉਂਦੇ ਹੋਏ ਬੋਲੇ, ਕਹਿੰਦੇ ਉਹ ਜਵਾਲਾ ਸਿੰਘ ਭਰਾ ਦੀ ਰਾਇ ਕਰਦਾ, ਬਾਕੀ ਸੰਗਤ ਮਾੜੀ ਐ। ਇਹੋ ਜਿਹੇ ਮਹਾਂਪੁਰਖਾਂ ਦਾ ਨਾਮ ਦੁਨੀਆ ਤੇ ਹਮੇਸ਼ਾ ਰਹੇਗਾ। ਬ੍ਰਹਮ ਗਿਆਨੀ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਮਹਾਂਪੁਰਖ, ਔਰ ਜਿਨ੍ਹਾਂ ਤੋਂ 360 ਬ੍ਰਹਮ ਗਿਆਨੀ ਹੋਇਆ, 100 ਬ੍ਰਹਮ ਗਿਆਨੀ ਤਾਂ ਉਹਨਾਂ ਦੇ ਨਾਲ ਹਮੇਸ਼ਾ ਹੀ ਰਹਿੰਦਾ ਸੀ। ਬਾਬਾ ਬਰਿਆਮ ਸਿੰਘ ਜੀ ਇਸੇ ਹੋਤੀ ਮਰਦਾਨ ਦੀ ਸੰਪਰਦਾ ਦੇ ਚਮਕਦੇ ਸਿਤਾਰੇ ਸਨ। ਇੱਕ ਗੱਲ ਨਾ ਭੁੱਲਣਾ, ਇਹ ਇਕੱਠੇ ਐਵੇਂ ਨਹੀਂ ਹੁੰਦੇ। ਕਹਿ ਦਿਓ ਵਾਹਿਗੁਰੂ, ਇੱਕ ਵਾਰੀ ਫੇਰ ਕਹਿ ਦਿਓ ਵਾਹਿਗੁਰੂ। ਓਏ ਜਿਹੜੀ ਧੀ ਭੈਣ ਦੇ ਪੇਕੇ ਹੋਣ ਤਗੜੇ, ਉਹਦੀ ਸਹੁਰੇ ਘਰ ਉਹਦਾ ਸਤਿਕਾਰ ਬੜਾ। ਠੀਕ ਹੈ ਕਿ ਗਲਤ? ਉਹ ਤੁਸੀਂ ਬੋਲਦੇ ਕਿਉਂ ਨਹੀਂ? ਉਹਦਾ ਸਹੁਰੇ ਘਰ ਸਤਿਕਾਰ ਬੜਾ ਹੁੰਦਾ, ਜਿਹੜੀ ਧੀ ਭੈਣ ਦੇ ਪੇਕੇ ਤਗੜੇ ਹੋਏ। ਐਡੇ ਐਡੇ ਵੱਡੇ ਕਾਠੇ ਸੇ ਕਰਕੇ ਨੇ ਉਹ ਸੰਪਰਦਾ ਵਿੱਚ ਬੜੇ ਬੜੇ ਬ੍ਰਹਮ ਗਿਆਨੀ ਹੋਏ। ਬਾਬਾ ਵੀਰ ਸਿੰਘ ਰੰਗਾਬਾਦੀਏ, ਜਿਨ੍ਹਾਂ ਦੇ ਲੰਗਰਾਂ ਵਿੱਚ 100 ਬੋਰੀ ਰੋਜ਼ ਦੀ ਆਟੇ ਦੀ ਲੱਗਦੀ ਸੀ। ਮਹਾਰਾਜਾ ਰਣਜੀਤ ਸਿੰਘ, ਜਿਨ੍ਹਾਂ ਦੇ ਸਿਰ ਤੇ ਰਾਜ ਕਰ ਗਿਆ।
ਨਾਮ ਰੱਖੋ ਸਾਧੂ ਰੱਖੋ ਗੁਰੂ ਗੋਬਿੰਦ ਨਾਨਕ ਇਹ ਜਗਤ ਗਿਣ ਜਪਿਓ ਗੁਣਵੰਤ। ਮੇਰੇ ਕੋਲ ਕੋਈ ਸ਼ਬਦ ਨਹੀਂ ਜਿਹੜੇ ਸ਼ਬਦਾਂ ਨਾਲ ਮੈਂ ਸੰਤ ਬਾਬਾ ਵਰਿਆਮ ਸਿੰਘ ਦੀ ਵਡਿਆਈ ਕਰ ਸਕਾਂ। ਕਈ ਕਹਿੰਦੇ ਸੰਤਾਂ ਦੀ ਵਡਿਆਈ ਕਰਦੇ, ਦੱਸੋ ਚੋਰਾਂ ਦੀ ਕਰੀਏ, ਠੱਗਾਂ ਦੀ ਕਰੀਏ, ਸ਼ਰਾਬੀਆਂ ਦੀ ਕਰੀਏ? ਸੰਤਾਂ ਦੀ ਵਡਿਆਈ ਤਾਂ ਬਾਣੀ ਕਰ ਰਹੀ ਆ। ਉਹ ਧੰਨਾ ਦੁਨੀਆ ਤੇ ਉਹਦਾ ਆਉਣਾ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਣ ਕਾ ਇਹ ਸੁਭਾਵ। ਕਈ ਕਹਿੰਦੇ ਮਿਲਦੇ ਨੇ, ਨਿੰਦਕ ਵੀ ਮਿਲਦੇ ਨੇ, ਮੇਰੇ ਵੀ ਬੜੇ ਆ। ਮਹਾਤਮਾ ਬੋਧਾ ਕਹਿੰਦੇ ਜੋ ਪ੍ਰਤਾਪ ਵਧਿਆ, ਇਹ ਗੱਲ ਗੁਰ ਕੱਖ ਨਹੀਂ ਹੈ। ਇੱਕ ਕੋਈ ਸੈਕਟਰੀ ਸੀ ਸੰਤ ਬਾਬਾ ਅਵਤਾਰ ਸਿੰਘ ਜੀ, ਸੈਕਟਰੀ ਸੀ। ਉਹਨੇ ਵਿਚਾਰੇ ਨੇ ਕਿਸੇ ਸਟੇਜ ਤੇ ਜਾ ਕੇ ਬੋਲਣਾ ਸੀ, ਅੱਗੇ ਕੱਚੇ ਰਾਹ ਹੁੰਦੇ ਸਨ। ਇੱਕ ਵਾਰੀ ਕਹਿ ਦਿਓ ਉਹਨੇ ਵਿਚਾਰੇ ਨੇ ਇੱਕ ਪਜਾਮਾ ਕਮੀਜ਼ ਲਾਇਆ, ਬੁਲਾਰਾ ਬੜਾ ਤਗੜਾ ਸੀ, ਮੈਂ ਦੂਰ ਨਾ ਜਾਵਾਂ। ਕਹਿੰਦੇ ਗੁਰੂ ਕਿਸੇ ਸਟੇਜ ਤੇ ਜਾ ਕੇ ਬੋਲਣਾ ਸੀ ਤੇ ਉਹ ਪਜਾਮਾ ਨਾ ਉਹਦਾ ਕੁਝ ਵਿਚਾਰੇ ਦਾ ਨਾ ਲੰਬਾ, ਇੱਕ ਗਿੱਠ ਲੰਬਾ ਸੀ ਗਿਆ। ਘਰ ਵਾਲੀ ਨੂੰ ਕਹਿੰਦਾ ਭਗਵਾਨ ਆ ਮੇਰਾ ਪਜਾਮਾ ਇੱਕ ਗਿੱਠ ਲੰਬਾ ਸੀ ਗਿਆ, ਅਗਰ ਕੱਟ ਕੇ ਇਹਨਾਂ ਨੂੰ ਸਿਉਣ ਮਾਰ ਦੇ। ਹੁਣ ਘਰ ਕਪੱਤਾ ਤੇ ਵਿਹੜੇ ਨੂੰ, ਘਰ ਕਪੱਤਾ ਤੇ ਵਿਹੜੇ ਨੂੰ ਦੋਸ਼। ਘਰ ਵਾਲੀ ਕਹਿੰਦੀ ਤੁਹਾਡੇ ਤੇ ਆਪਣੇ ਸਿਆਪੇ ਨਹੀਂ ਮੁੱਕਦੇ। ਉਦੋਂ ਦਰਜੀ ਦੇ ਕੋਲੋਂ ਮਾਫ ਕਰਨਾ ਗੁਰੂ ਕੀ ਸੰਗਤ ਜੋ ਸਵਾਇਆ ਸੀ, ਉਦੋਂ ਵੇਖ ਕੇ ਸਵਾਉਣਾ ਸੀ ਨਾ। ਕਹਿੰਦੀ ਮੈਥੋਂ ਕੰਮ ਨਹੀਂ ਹੁੰਦਾ। ਉਦੋਂ ਬਾਅਦ ਸਾਧ ਸੰਗਤ ਨੇ ਆਪਣੀ ਲੜਕੀ ਨੂੰ ਆਖਿਆ ਬੇਟੀ ਆ ਤੇਰੀ ਮਾਂ ਨਾ ਇੱਕ ਗਿੱਠ ਪਜਾਮਾ ਕੱਟ ਕੇ ਸਿਉਣ ਹੀ ਮਾਰਨੀ, ਗੱਲ ਕੱਖ ਨਹੀਂ, ਮੈਂ ਸਵੇਰੇ ਪ੍ਰੋਗਰਾਮ ਤੇ ਜਾਣਾ, ਜਾ ਕੇ ਸਟੇਜ ਸੰਭਾਲਣੀ। ਉਹ ਲੜਕੀ ਲੱਗੀ ਕਹਿਣ ਲੈ ਬਾਪੂ ਜੀ ਤੁਹਾਨੂੰ ਕੀ ਪਤਾ ਮੇਰਾ ਕਢਾਈ, ਅਗੇ ਧੀਆਂ ਬੜਾ ਕਸੀਦਾ ਕਢਿਆ ਕਰਦੀਆਂ ਸਨ, ਕਢਾਈ ਕਹਿ ਲੋ ਕਸੀਦਾ ਕਰ, ਬਾਪੂ ਮੇਰਾ ਤਾਂ ਆਪਣਾ ਕੰਮ ਪਿਆ। ਉਹ ਖੈਰ ਗੁਰੂ ਕੀ ਸੰਗਤ ਨੇ ਫਿਰ ਨੂੰਹ ਰਾਣੀ ਨੂੰ ਆਖਿਆ ਬੇਟੀ ਇੰਜ ਕਰ, ਤੇਰੀ ਸੱਸ ਨਹੀਂ ਮੰਨਦੀ, ਤੇਰੀ ਨੰਦ ਨਹੀਂ ਮੰਨਦੀ, ਗੱਲ ਕੋਈ ਖਾਸ ਨਹੀਂ, ਮਿੰਟ ਦੋ ਦਾ ਕੰਮ। ਕਹਿੰਦੀ ਕਮਾਲ ਦੀ ਗੱਲ ਹੈ ਬਾਪੂ ਜੀ, ਤੁਹਾਡੇ ਘਰ ਵਾਲੀ ਨਹੀਂ ਮੰਨਦੀ, ਤੁਹਾਡੀ ਲੜਕੀ ਨਹੀਂ ਮੰਨਦੀ ਤੇ ਮੈਨੂੰ ਬਗਾਨੀ ਧੀ ਨੂੰ ਹਮੇਸ਼ਾ ਕੰਮ ਦੱਸਦੇ ਰਹਿੰਦੇ ਹੋ। ਘਰ ਵਿਚਾਰਾ ਸੈਰ ਕਰਨ ਗਿਆ ਤੇ ਘਰ ਵਾਲੀ ਨੇ ਦੀ ਸੋਚਿਆ ਵੀ ਗੱਲ ਤੇ ਕੱਖ ਵੀ ਨਹੀਂ ਸੀ, ਇੱਕ ਗਿੱਠ ਪਜਾਮਾ ਹੀ ਕੱਟਣਾ ਸੀ। ਕਹਿ ਦਿਓ ਵੈਰੂ ਉਹ ਗੱਲ ਤੇ ਕੱਖ ਵੀ ਨਹੀਂ ਸੀ, ਇੱਕ ਗਿੱਠ ਪਜਾਮਾ ਕੱਟ ਕੇ ਤੇ ਮਿੰਟ ਦੋ ਲੱਗਣੇ ਸਨ। ਬਾਬਾ ਜੀ ਅਰਦਾਸ ਸਿੰਘ ਉਹਨੇ ਕੀ ਕੀਤਾ, ਰੱਖ ਕੇ ਗਿੱਠ ਤੇ ਪਜਾਮਾ ਕੱਟ ਕੇ ਤੇ ਸਿਉਣ ਮਾਰ ਦਿੱਤੀ। ਉਹ ਬਾਅਦ ਚ ਲੜਕੀ ਸੋਚਦੀ ਵੀ ਬੜੀ ਗਲਤੀ ਕੀਤੀ, ਬੇਬੇ ਨਹੀਂ ਆਖੇ ਲੱਗੀ, ਚਲੋ ਮੈਂ ਹੀ ਆਖੇ ਲੱਗ ਜਾਂਦੀ। ਹਾਂਜੀ ਇੱਕ ਗਿੱਠ ਪਜਾਮਾ ਹੀ ਕੱਟਣਾ ਸੀ, ਹੋਰ ਕੀ ਕਰਨਾ ਸੀ, ਇਹ ਤਾਂ ਸਿਉਣ ਮਾਰਨੀ ਸੀ, ਕਿਹੜਾ ਗੇਅਰ ਬਦਲਨੇ ਪੈਣੇ ਸਨ ਕੋਈ ਗੱਡੀ ਦੇ। ਉਹਨੇ ਕੀ ਕੀਤਾ, ਮੈਂ ਰੱਖ ਕੇ ਨਾ ਗਿੱਠ ਉਹਨੇ ਵੀ ਵੱਢ ਦਿੱਤੀ ਤੇ ਬਾਬਾ ਅਵਤਾਰ ਸਿੰਘ ਦੀ ਉਹ ਸਿਉਣ ਮਾਰ ਦਿੱਤੀ। ਜਦ ਮਾਰ ਦਿੱਤੀ ਸਿਉਣ, ਉਹ ਕਹਿਣ ਲੱਗੀ ਵੀ ਬਾਪੂ ਨੇ ਕਿਹੜਾ ਰੋਜ਼ ਰੋਜ਼ ਕਹਿਣਾ। ਅੱਗੇ ਨੂੰਹ ਰਾਣੀ ਕਹਿੰਦੀ ਲੋਕੀ ਘਰ ਘਰਾਨਾ ਦੇਖਦੇ ਨੇ, ਬਾਪੂ ਕੋਈ ਕਹੂਗਾ ਕਿਹੜਾ ਕੁੱਤੇ ਘਰਾਨੀ ਦੀ ਆ ਗਈ, ਇੱਕ ਗਿੱਠ ਪਜਾਮਾ ਨਹੀਂ ਕੱਟ ਸਕੀ, ਹੋਰ ਕੀ ਕਰੂਗੀ। ਉਹਨੇ ਮਾਰ ਚੱਕਿਆ ਕਿੱਲੀ, ਤੂੰ ਜਾ ਅੱਗੇ ਕਿੱਲੀਆਂ ਹੁੰਦੀਆਂ ਸਨ ਹੈਂਗਰ ਤੇ ਅੱਜ ਹੀ ਆਏ ਨੇ ਬਾਬਾ ਜੀ। ਉਹਨੇ ਰੱਖ ਕੇ ਨਾ ਇੱਕ ਗਿੱਠ ਤੇ ਉਹਨੇ ਵੀ ਪਜਾਮਾ ਵੱਢ ਦਿੱਤਾ, ਨਾ ਰਿਹਾ ਕੱਛਾ ਤੇ ਨਾ ਰਿਹਾ ਪਜਾਮਾ। ਉਹ ਵਿਚਾਰਾ ਅੱਗੇ ਕੱਚੇ ਰਾਹ ਹੁੰਦੇ ਸਨ, ਅਸੀਂ ਸਕੂਲ ਚ ਪੜ੍ਹਦੇ ਹੁੰਦੇ ਸਾਂ ਛੋਟੇ ਹੁੰਦੇ ਤੇ 5 ਕਿਲੋਮੀਟਰ ਭੇਵਾ ਪੈਂਦਾ ਸੀ, ਪੈਂਟਾਂ ਜਾਂ ਪਜਾਮੇ ਮੋਢੇ ਤੇ ਰੱਖ ਲੈਣੇ ਵੀ ਰਸਤੇ 'ਚ ਕਿਤੇ ਮਿੱਟੀ ਨਾ ਖਰਾਬ ਨਾ ਹੋ ਜਾਣ। ਪੁਰਾਣੇ ਬਾਪੂ ਬੈਠੇ ਇਹਨਾਂ ਨੂੰ ਜ਼ਿਆਦਾ ਪਤਾ ਹੋਣਾ। ਉਹ ਦੂਜੇ ਦਿਨ ਖਾਲਸਾ ਦੀ ਵਿਚਾਰਾ ਨਹਾਤਾ ਧੋਤਾ ਇਸ਼ਨਾਨ ਕੀਤਾ ਤੇ ਪਜਾਮਾ ਰੱਖ ਲਿਆ ਮੋਢੇ ਤੇ ਉਧਰੋਂ ਟਾਈਮ ਹੋ ਗਿਆ ਸਟੇਜ ਸੰਭਾਲਣ ਦਾ ਤੇ ਹੱਥ ਪੈਰ ਧੋ ਕੇ ਨਾ ਲੱਗਾ ਜਦੋਂ ਪਾਉਣ ਪਜਾਮਾ। ਹਲੋ ਉਹ ਮਾਰੀ ਚਾਤੀ, ਨਾ ਉਹ ਪਜਾਮਾ ਤੇ ਨਾ ਉਹ ਕੱਛਾ। ਹੁਣ ਕਰੇਗੀ, ਫਸ ਗਿਆ ਵਿਚਾਰਾ, ਉਹ ਫਸ ਗਿਆ ਪਿੱਛੇ ਵੀ ਮੈਂ ਹੁਣ ਕਰਾਂਗੀ। ਉਹ ਖੈਰ ਵਿਚਾਰੇ ਨੂੰ ਸਟੇਜ ਤੇ ਜਾਣਾ ਹੀ ਪਿਆ। ਸਟੇਜ ਤੇ ਗਿਆ ਤੇ ਸੰਭਾਲੀ ਸਟੇਜ, ਲੈਕਚਰ ਦੀ ਬੱਲੇ ਬੱਲੇ ਕਰਤੀ, ਬੱਲੇ ਬੱਲੇ ਸਾਰਿਆਂ ਨੂੰ ਟਾਈਮ ਦਿੱਤਾ, ਬਹੁਤ ਚਾਰ ਟਾਈਮ ਲਾਇਆ। ਲੋਕ ਖੁਸ਼ ਹੋ ਗਏ, ਹੱਸੂ ਹੱਸੂ ਤੇ ਉਹਦੇ ਵੇਖ ਕੇ ਪਜਾਮੇ ਵੱਲ ਹੱਸੀ ਜਾਂਦੇ ਨੇ। ਉਹ ਕਹਿੰਦੇ ਨੇ ਤੂੰ ਪੁੱਛਦਾ ਤੁਸੀਂ ਹੱਸਦੇ ਕਿਉਂ ਹੋ, ਹੱਸਦੇ ਕਿਉਂ? ਉਹ ਕਹਿੰਦੇ ਨੇ ਕੀ ਦਸੀਏ? ਕਹਿੰਦਾ ਮੈਨੂੰ ਦੱਸੋ ਤੁਹਾਨੂੰ ਮੇਰਾ ਲੈਕਚਰ ਪਸੰਦ ਆਇਆ ਕਿ ਨਹੀਂ ਆਇਆ, ਇਹ ਦੱਸਦੇ ਹੱਸਦੇ ਕਿਉਂ? ਕਹਿੰਦੇ ਤੇਰੇ ਪਜਾਮੇ ਵੱਲ ਵੇਖ ਕੇ। ਕਹਿੰਦਾ ਪਜਾਮੇ ਦੀ ਗੱਲ ਛੱਡੋ, ਤੁਹਾਨੂੰ ਮੇਰਾ ਲੈਕਚਰ ਪਸੰਦ ਆਇਆ ਕਿ ਨਹੀਂ ਆਇਆ? ਕਹਿੰਦਾ ਲੈਕਚਰ 'ਚ ਤਾਂ ਕੋਈ ਪਸੰਦ ਕਮੀ ਨਹੀਂ ਰਹੀ, ਲੈਕਚਰ ਤਾਂ ਇਹੋ ਜਿਹਾ ਸੁਣਿਆ ਹੀ ਨਹੀਂ ਕਦੀ, ਲੈਕਚਰ ਬੜਾ ਪਸੰਦ। ਕਹਿੰਦਾ ਪਜਾਮੇ ਵੱਲ ਵੇਖ ਕੇ ਨਾ ਹੱਸੋ, ਇਹ ਤਾਂ ਬੇਤਫਾਕੇ ਟੱਬਰ ਦੀ ਨਿਸ਼ਾਨੀ ਆ, ਬੇਤਫਾਕੇ ਟੱਬਰ ਦੀ ਨਿਸ਼ਾਨੀ। ਇਹ ਦੁਨੀਆ ਟਿਕਣ ਦਿੰਦੀ ਕਿਤੇ ਕਿਸੇ ਨੂੰ, ਇੱਥੇ ਦਿੰਦੇ ਨਾ ਟਿਕਣ ਕਿਸੇ ਨੂੰ। ਉਹ ਕੀ ਨਹੀਂ ਹੋਇਆ ਮਹਾਤਮਾ ਬੁੱਧ
ਕਹਿੰਦੇ ਨੇ ਉਹਦੀ ਦੁਨੀਆ ਇੰਨੀ ਨਿੰਦਾ ਕਰਦੀ ਸੀ, ਉਹਨੂੰ ਕਦੇ ਗੁੱਸਾ ਨਹੀਂ ਸੀ ਆਉਂਦਾ। ਕਹਿ ਦਿਓ ਵਹਿਰੂ। ਇੱਕ ਪਿੰਡ 'ਚ ਗਿਆ, ਅੱਗੋਂ ਲੋਕੀ ਬਾਬਾ ਜੀ 2 ਮਿੰਟ 'ਚ ਕਹੋ ਤਾਂ ਲੈ ਲਾਂ। ਇੱਕ ਪਿੰਡ 'ਚ ਗਿਆ, ਮਹਾਂਪੁਰਖ ਬੈਠੇ ਨੇ, ਇਹਨਾਂ ਨੂੰ ਵੀ ਕਿਹੜਾ ਟਿਕਣ ਦਿੰਦਾ, ਵੀ ਸਾਡੇ ਭਰਾ ਹੀ ਨੇ। ਖੈਰ ਗੁਰੂ ਕੀ ਸੰਗਤ, ਮਹਾਤਮਾ ਬੁੱਧ ਜੀ ਇੱਕ ਪਿੰਡ 'ਚ ਗਏ ਤੇ ਅੱਗੇ ਮਨਮੁਖਾਂ ਦਾ ਪਿੰਡ 'ਚੋਂ ਲੱਗੇ ਗਾਲਾਂ ਕੱਢਣ। ਜਦੋਂ ਗਾਲਾਂ ਲੱਗੇ ਕੱਢਣ, ਮਹਾਤਮਾ ਬੁੱਧ ਜੀ ਹੱਸੀ ਗਏ। ਇਹ ਪੜ੍ਹਨਾ ਬੜਾ ਸੌਖਾ ਹੈ, ਫਰੀਦਾ ਬੁਰੇ ਦਾ ਭਲਾ ਕਰ। ਪਰ ਜਦ ਭਲਾ ਕਰਨਾ ਪੈਂਦਾ ਪਤਾ ਤੇ ਫੇਰ ਲੱਗਦਾ ਸੀ ਤੇ ਭਲੇ ਦਾ ਭਲਾ ਨਹੀਂ ਕਰ ਸਕਦੇ। ਕਹਿੰਦੇ ਲੋਕ ਗਾਲਾਂ ਕੱਢੀ ਗਏ, ਮਹਾਤਮਾ ਬੁੱਧ ਹੱਸੀ ਗਏ। ਕਹਿੰਦੇ ਲੋਕ ਕਹਿੰਦੇ ਦੱਸੋ ਅਸੀਂ ਗਾਲਾਂ ਕੱਢਦੇ ਆ, ਹੱਸਦਾ। ਖੈਰ ਤੂੰ ਗਾਲਾਂ ਕੱਢ ਕੇ ਥੱਕ ਹਟ ਗਏ। ਮਹਾਤਮਾ ਬੁੱਧ ਨੂੰ ਕਹਿੰਦੇ ਹੱਸਦਾ ਕਿਉਂ ਹੈ? ਕਹਿੰਦਾ ਭੁੱਖ ਲੱਗੀ, ਪ੍ਰਸ਼ਾਦਾ ਛਕਣਾ। ਕਹਿੰਦੇ ਦਿਓ ਇਹਨੂੰ 2-4 ਪ੍ਰਸ਼ਾਦੇ। ਜਦ ਪ੍ਰਸ਼ਾਦੇ ਲਿਆਂਦੇ ਗਏ, ਮਹਾਤਮਾ ਬੁੱਧ ਜੀ ਕਹਿੰਦੇ ਕਿੱਥੋਂ ਲੈ ਕੇ ਆਏ? ਕਹਿੰਦੇ ਆਪਣੇ ਘਰੋਂ ਲੈ ਕੇ ਆਏ। ਹੋਰ ਕਿੱਥੋਂ ਲੈ ਕੇ ਆਏ? ਮਹਾਤਮਾ ਬੁੱਧ ਨੇ ਫੜੇ ਪ੍ਰਸ਼ਾਦੇ। ਕਹਿੰਦਾ ਜੇ ਮੈਂ ਪ੍ਰਸ਼ਾਦੇ ਛਕ ਲਾਂ ਫੇਰ ਤਾਂ ਹੋਏ ਮੇਰੇ, ਫਿਰ ਕਿਹਦੇ ਹੋਏ? ਕਹਿੰਦੇ ਤੁਹਾਡੇ। ਕਹਿੰਦਾ ਜੇ ਮੈਂ ਨਾ ਛਕਾਂ ਤੇ? ਕਹਿੰਦੇ ਨੇ ਫਿਰ ਸਾਡੇ। ਕਹਿੰਦਾ ਇੰਜ ਕਰੋ, ਜਿਹੜੀਆਂ ਤੁਸੀਂ ਗਾਲਾਂ ਦਿੱਤੀਆਂ ਨੇ, ਜੇ ਮੈਂ ਲੈਣਾ ਫਿਰ ਤਾਂ ਮੇਰੀਆਂ, ਜੇ ਨਾ ਲਵਾਂ ਤਾਂ? ਕਹਿੰਦੇ ਜੇ ਨਾ ਲਵਾਂ ਤਾਂ? ਕਹਿੰਦੇ ਨੇ ਜੀ ਸਾਡੀਆਂ। ਕਹਿੰਦਾ ਆਪਣੀਆਂ ਗਾਲਾਂ ਕੋਲ ਹੀ ਰੱਖੋ, ਕੋਲ ਹੀ। ਇੱਕ ਐਸਾ ਸਮਾਂ ਵੀ ਆਇਆ, ਕਥਾ ਕਰ ਰਿਹਾ ਮਹਾਤਮਾ ਬੁੱਧ, ਕਹਿ ਦਿਓ ਵਹਿਰੂ। ਉਹਨੂੰ ਕਹਿੰਦੇ ਨੇ ਗੁੱਸਾ ਨਹੀਂ ਸੀ ਆਉਂਦਾ, ਗੁੱਸਾ। ਸੰਤ ਬਾਬਾ ਵਰਿਆਮ ਸਿੰਘ ਵੀ ਸ਼ਾਂਤੀ ਦੇ ਪੁੰਜ ਸਨ, ਮੇਰੇ ਅੱਖੀ ਦੇਖਣ ਦੀਆਂ ਗੱਲਾਂ। ਗੁੱਸਾ ਨਹੀਂ ਸੀ ਆਉਂਦਾ। ਕਹਿੰਦੇ ਮਹਾਤਮਾ ਬੁੱਧ ਕਥਾ ਕਰ ਰਿਹਾ, ਇੱਕ ਸ਼ਰਾਬੀ ਮਨ ਮੁਕਾਇਆ ਤਾਂ ਮਹਾਤਮਾ ਬੁੱਧ ਦੇ ਮੂੰਹ ਤੇ ਥੁੱਕ ਦਿੱਤਾ। ਜਰ ਲੂਗਾ ਕੋਈ? ਬੋਲਦੇ ਨਹੀਂ, ਜਰ ਲੂਗਾ। ਕਹਿੰਦੇ ਨੇ ਮਹਾਤਮਾ ਬੁੱਧ ਨੇ ਫੜਿਆ ਪੱਦੂ ਤੇ ਇੱਕ ਤਾਂ ਮੂੰਹ ਕਰਕੇ ਸਾਫ਼ ਤੇ ਕਰਾ ਫਿਰ ਸ਼ੁਰੂ ਕਰਤੀ। ਕਹਿੰਦੇ ਨੇ ਉਸ ਮਨਮੁਖ ਸ਼ਰਾਬੀ ਨੂੰ ਲੋਕਾਂ ਆਖਿਆ ਤੇਰੀ ਮੱਤ ਮਾਰੀ ਗਈ, ਮਹਾਂਪੁਰਖਾਂ ਦੇ ਮੂੰਹ ਤੇ ਥੁੱਕ ਦਿੱਤਾ। ਸੰਤ ਜਣਾ ਕੋ ਮੱਤ ਕੋਈ ਨਿੰਦੋ ਸੰਤ ਰਾਮ ਹੈ ਇੱਕ। ਉਹ ਖੈਰ ਉਸ ਸ਼ਰਾਬੀ ਨੂੰ ਨਾ ਆਪਣੀ ਗਲਤੀ ਦਾ ਬੜਾ ਅਹਿਸਾਸ ਹੋਇਆ। ਕਹਿ ਲੱਗਾ ਵੀ ਵਾਕਿਆ ਗਲਤੀ ਕੀਤੀ ਹੈ, ਮਹਾਤਮਾ ਦੇ ਮੂੰਹ ਤੇ ਥੁੱਕਣਾ ਨਹੀਂ ਸੀ ਚਾਹੀਦਾ। ਖੈਰ ਉਹ ਘਰ ਗਿਆ। ਜਦੋਂ ਉਹ ਘਰ ਗਿਆ ਨਾ ਤੇ ਸਾਰੀ ਰਾਤ ਨੀਂਦ ਨਾ ਆਈ। ਕਹਿੰਦਾ ਅੱਜ ਤੂੰ ਸ਼ਰਾਬ ਨਹੀਂ ਪੀੜੀ, ਸ਼ਰਾਬ ਪੀ ਕੇ ਗਲਤੀ ਹੋਈ ਹੈ। ਸ਼ਰਾਬ ਛੱਡ ਕੇ ਨਾ ਦੂਜੇ ਦਿਨ ਨਹਾ ਧੋ ਕੇ ਮਹਾਤਮਾ ਬੁੱਧ ਦੇ ਚਰਨਾਂ 'ਚ ਗਿਆ। ਜਾ ਕੇ ਚਰਨ ਫੜ ਲਿਆ ਤੇ ਰੋਣ ਲੱਗ ਪਿਆ। ਇਹੋ ਜਿਹਾ ਸਣ ਮਹਾਤਮਾ ਬੁੱਧ, ਮਹਾਂਪੁਰਖ ਦਾ ਹਿਰਦਾ ਸਮੁੰਦਰ ਵਰਗਾ ਹਿਰਦਾ ਹੁੰਦਾ। ਮਹਾਤਮਾ ਬੁੱਧ ਕਹਿੰਦੇ ਉਹ ਕੀ ਗੱਲ? ਕਹਿੰਦਾ ਜੀ ਕੱਲ ਮੈਂ ਨਾ ਸ਼ਰਾਬ ਪੀ ਕੇ ਤੁਹਾਨੂੰ ਗਾਲ ਕੱਢੀ ਸੀ, ਮੈਂ ਸ਼ਰਾਬ ਛੱਡ ਦਿੱਤੀ, ਅੱਜ ਤੂੰ ਕਿਰਪਾ ਕਰੋ ਮੈਨੂੰ ਮਾਫ ਕਰ ਦਿਓ। ਮਹਾਤਮਾ ਬੁੱਧ ਕਹਿੰਦੇ ਉਹ ਕੱਲ ਵਾਲਾ ਤੇ ਆਇਆ ਹੀ ਨਹੀਂ, ਮੈਂ ਮਾਫ ਕਿਹਨੂੰ ਕਰਾਂ? ਜਿਹੜਾ ਕੱਲ ਆਇਆ ਸੀ ਉਹ ਨਹੀਂ ਆਇਆ ਅੱਜ, ਜੇ ਮੈਂ ਮਾਫ ਕਿਹਨੂੰ ਕਰਾਂ? ਕਹਿੰਦੇ ਨੇ ਬਾਬਾ ਜੀ ਜਦੋਂ ਮਹਾਤਮਾ ਬੁੱਧ ਦਾ ਬੋਲ ਬਾਲਾ ਹੋਇਆ ਨਾ ਦੁਨੀਆ 'ਚ, ਤੇ ਕਹਿੰਦੇ ਜੈਨ ਮਤ ਨੂੰ ਭਾਜਣਾ ਪੈ ਗਈਆਂ। ਕਹਿ ਦਿੰਦਾ ਉਹਨਾਂ ਫਿਰ ਬਾਬਾ ਜੀ ਇੱਕ ਔਰਤ ਤਿਆਰ ਕੀਤੀ। ਔਰਤ ਉਹ ਇਹੋ ਜਿਹਾ ਮਹਾਤਮਾ ਬੁੱਧ, ਉਹ ਖਾਲਸਾ ਜੀ ਬਦੀਆਂ ਬੰਦ ਕਰਦੇ ਬਾਬਾ ਵਿਧੀ ਚੰਦਾ। ਜੇ ਤੂੰ ਨੇਕੀਆਂ ਨਹੀਂ ਕਮਾਉਣ ਜੋਗਾ, ਤੂੰ ਜੂੰਦਿਆਂ ਨੂੰ ਕਾਹਨੂੰ ਮਾਰਦਾ? ਜੇ ਤੂੰ ਮੋਇਆਂ ਨੂੰ ਨਹੀਂ ਜਮਾਉਣ ਜੋਗਾ, ਤੂੰ ਹੱਸਦਿਆਂ ਨੂੰ ਕਾਹਨੂੰ ਰਵਾਉਂਦਾ? ਜੇ ਤੂੰ ਰੋਇਆਂ ਨੂੰ ਨਹੀਂ ਹਸਾਉਣ ਜੋਗਾ, ਉਹ ਤੂੰ ਮਿਲਦਿਆਂ ਨੂੰ ਕਾਹਨੂੰ ਵਿਛੋੜਦਾ ਹੈ? ਜੇ ਤੂੰ ਵਿਛੜੇ ਨਹੀਂ ਮਲਾਉਣ ਜੋਗਾ, ਪਰ ਆਏ ਫਕੀਰ ਨੂੰ ਝਿੜਕਦਾ ਕਿਉਂ ਹੈ ਜੇਕਰ ਪੱਲਿਓ ਨਹੀਂ ਕੁਝ ਪਾਉਣ ਜੋਗਾ? ਕਹਿੰਦੇ ਇਹਨਾਂ ਜੈਨ ਮਤ ਵਾਲਿਆਂ ਨੇ ਨਾ ਇੱਕ ਲੜਕੀ, ਇੱਕ ਮਾਫ ਕਰਨਾ ਗੁਰੂ ਕੀ ਸੰਗਤ ਪਦ ਚੱਲਣਾ ਔਰਤ ਤਿਆਰ ਕੀਤੀ। ਕੀ ਕੀਤੀ ਤਿਆਰ? ਉਹਨੂੰ ਸਮਝਾ ਵੀ ਆਹ ਕੰਮ ਕਰਨਾ ਉਦੋਂ ਜਦੋਂ ਮਹਾਤਮਾ ਬੁੱਧ ਕਥਾ ਕਰਦਾ ਹੋਵੇ। ਸਾਲੂਗਾ ਕੋਈ? ਕਿਹੜਾ ਸਾਲੂਗਾ? ਦਰਵੇਸ਼ਾਂ ਨੂੰ ਲੋੜੀਏ, ਰੁੱਖਾਂ ਦੀ ਜਰਾਂਦ, ਰੁੱਖਾਂ ਵਰਗਾ ਜਿਗਰਾ, ਰੁੱਖ ਨੂੰ ਕੋਈ ਵੱਢੀ ਜਾਂਦਾ ਕੋਈ ਕੱਟੀ ਜਾਂਦਾ, ਉਹ ਬੋਲਦਾ ਨਹੀਂ। ਕਹਿੰਦੇ ਨੇ ਇਸ ਔਰਤ ਨੇ ਕਿਹਾ ਜੀ ਗੱਲ ਹੀ ਕੋਈ ਨਹੀਂ। ਉਹਨੇ ਫੜ ਕੇ ਬਾਬਾ ਜੀ ਤਸਲਾ ਵੀ ਕਹਿੰਦੇ ਆਪਾਂ, ਬਾਟਾ ਵੀ ਕਹਿ ਦਿੰਦੇ, ਬਾਟਾ ਲੈ ਕੇ ਨਾ ਆਪਣੇ ਪੇਟ ਮੂਹਰੇ ਦੇ ਕੇ ਮਾਫ ਕਰਨਾ ਗਰਭਵਤੀ ਔਰਤ ਦਾ ਰੂਪ ਬਣਾ ਕੇ ਮਹਾਤਮਾ ਬੁੱਧ ਦੇ ਸਾਹਮਣੇ ਜਾ ਕੇ ਖੜੀ ਹੋ ਗਈ। ਕਹਿੰਦੀ ਕਮਾਲ ਦੀ ਗੱਲ ਹੈ, ਤੁਹਾਨੂੰ ਫਿਕਰ ਹੀ ਕੋਈ ਨਹੀਂ। ਪਿੱਟਣ ਲੱਗ ਗਏ। ਉਦੋਂ ਤਾਂ ਕਹਿੰਦੇ ਸੀ ਬੱਲੇ ਬੱਲੇ ਮੈਂ ਤੁਹਾਨੂੰ ਬੜਾ ਪਿਆਰ ਕਰਦਾ, ਜੇ ਪਿਆਰ ਕਰਦਾ। ਆਹ ਜੁੱਤੀਆਂ ਦਾ ਪਿਆਰ ਸਾਧੂਆਂ ਵਾਸਤੇ ਰਹਿ ਗਿਆ, ਪਰ ਮਹਾਤਮਾ ਤੇ ਕਹਿ ਦਿਓ ਵੈਰੂ। ਕਹਿਣ ਲੱਗੇ ਸੇਵਾਦਾਰਾਂ ਨੂੰ ਗੁੱਸਾ ਆ ਗਿਆ। ਆਖਿਆ ਬਾਬਾ ਜੀ ਹਰ ਵਾਰੀ ਕਹਿੰਦੇ ਸ਼ਾਂਤੀ 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 ਸ਼ਾਂਤੀ, ਹੁਣ ਨਹੀਂ ਸ਼ਾਂਤੀ ਹੋਣੀ ਸਾਡੇ ਪਾਸੋਂ। ਆਹ ਵੇਖੋ ਸਾਹਮਣੇ ਆ ਗਈ। ਪਰ ਮਹਾਤਮਾ ਬੁੱਧ ਕਹਿੰਦੇ ਨੇ ਇੰਨੇ ਸੀਤਲ ਸੁਭਾਅ ਸਨ, ਉਹਨੂੰ ਗੁੱਸਾ ਹੀ ਨਹੀਂ ਸੀ ਆਉਂਦਾ। ਆਖਿਆ ਠਹਿਰੋ ਤੇ ਸਹੀ, ਠਹਿਰੋ ਤਾਂ ਸਹੀ, ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਬਾਬਾ ਜੀ ਪਿੱਟਣ ਲੱਗ ਗਈ। ਮਹਾਤਮਾ ਬੁੱਧ ਨੇ ਆਖਿਆ, ਬੋਲੇ ਨਹੀਂ ਮਹਾਤਮਾ। ਜਦੋਂ ਪਿੱਟੀ ਜਾਂਦੀ ਉਹਦਾ ਤਸਲੇ ਦੇ ਉੱਤੇ ਬਾਟੇ ਦੇ ਉੱਤੇ ਕੱਪੜਾ ਬੰਨਿਆ ਸੀ ਨਾ ਲੱਕ ਨੂੰ, ਤੇੜ ਪਿੱਛੇ ਲੱਕ ਪਿੱਛੇ ਉਹ ਢਿੱਲਾ ਆ ਗਿਆ ਤੇ ਬਾਟਾ ਪੁੰਝੇ ਜਾ ਪਿਆ, ਬਾਟਾ ਪੁੰਝੇ ਜਾ ਪਿਆ। ਖਾਲਸਾ ਜੀ ਮਾਫ ਕਰਨਾ,
उस मौके गुरु की संगत वो जिन्हें भी सेवादार थी, महात्मा बुद्ध कहता देखो दुनिया कित्थे तक चली जाती, पर एक गल ना भुलना, जूं जूं निंदक निंद करे, सारे पढ़ो, जूं जूं निंदक निंद करे त्यों तू हार जान चढ़े सवाई, त्यों तू हार जान। जिन्नी रात हनेरी होती ना बाबा जी उन्ना ही चंद्रमा चमकदा है, कदी दिन के समय चंद्रमा निकलिया हो कदी चमकदा सतपुरुषों की जिन्नी निंदा होती है उन्नी इन्हां दी चढ़दी कला होंदी। खैर किसी की मझ सी बीमार, तो बाबा जी वो सवेरे भी जाया करे तो शामी भी जाया करे, आख्या करे तेरी मझ का की हाल आ, तेरी मझ का की हाल, कई दिन गुजर के मझ का की हाल। अंदर गल ये सी कि अजे मरी नहीं, पूछा करे तेरी मझ का की हाल। वो गुआढ़ी कहता भरावा जिहड़ी गल तू चाहुना जे वैरू की कृपा ही हो नहीं, जे होनी होना उही है जो मालक नूं पाउंदा, कूड़ नखुट्टे नानका ओढ़क सच रही। मेरे को कोई शब्द नहीं, मैं परम पूजनी माता जी जिन्हां दे नां तू ते शायद मैं नहीं जानू, माता मनजीत रणजीत कौर, माता रणजीत कौर जी संत बाबा वरियाम सिंह जी दे महल, सचमुची आ करोड़ां दी प्रॉपर्टी संगतां वास्ते है। खालसा जी बाबा जी किन्ना कुछ दे गए, संगतां नूं दे गए, लखां नूं तार गए। ते संत बाबा हरपाल सिंह जी, हरपाल सिंह जी, मैं दिल दीयां गहराइयां तो अरदास भी करदा, मूँह तू नहीं करता हुंदा मैं। संत क्या करते सन राड़े वाले, कहते जिहड़ा संत है ना, संत कहते जे झाड़ी के उत्ते चोगा पिया होवे ना, चोला, संत अरदास करता है रब्बा इस झाड़ी की भी लाज रखी, इस झाड़ी की भी लाज रखी। आज जिन्ने भी संत महापुरख बैठे ने, मैं गुरु नानक साहब के चरणों च इन्हां वास्ते भी अरदास करदा ते महापुरखों वास्ते भी अरदास करदा, गरीब नवाज किरपा करो, महापुरखों की इस स्थान की चढ़ती कला रहे, होइयां भुलां दी माफ़ी। एक महापुरख संत बाबा सुंदर सिंह अली बेग वाले हुए ने, बाबा जी ने पता, बाबा अवतार सिंह होरां नूं, खालसा जी मित्रां दे मित्र, यारां दे यार ते प्यार वालियां दे प्यार वाले संत बाबा अवतार सिंह दे दिलों प्यार करते हैं, ये जानते हैं। संत बाबा सुंदर सिंह जी कहते होंदे सन, कहते होंदे सन एक साधु जे जत सत विच ना जिंदगी लंघा जाए, गुजार जाए, तो लखां साधुओं की रोजी चल पैंदी है। जे एक संत किते धोखा खा जाए तो लखां साधुओं की रोजी रोटी ते लत्त वजदी है। इस करके मैं अरदास करदा गरीब नवाज इस संत समाज दे मेरे वीरां दी, रब वर्गे संतां दी हमेशा चढ़दी कला रहे, ये तुहानूं गुरु नाल जोड़दे रहण। इन्ने शब्द प्रवान, होइयां भुलां दी माफ़ी, फिर किते समा बनिया आप जी के दर्शन करांगे। मैं एक बारी नहीं, 100 बारी नहीं, लखां बारी अंदरों अरदास करदा कि संत बाबा हरपाल सिंह होरां दी चढ़दी कला रखनी, माफ़ करना। ते हुण फतेह का जवाब फतेह च देना, ढिली जी फतेह नहीं बनाउणी, जिहदी रग च फतेह, ओहदी जग च फतेह, जिहदी जबान च फतेह, ओहदी मैदान च फतेह, जिहड़ा बलाउंदा ढिली जी फतेह ओनूं नहीं कदी मिलदी फतेह। ते पता लगना चाहिए कि इत्थे कोई संत समागम बाबा वरियाम सिंह होरां दी पावन पवित्र याद नूं मुख रख के मनाया जा रहा है। बलाओ फतेह, वाहिगुरू जी का खालसा, वाहिगुरू जी की फतेह।